प्यारे विद्यार्थियों, अज आपां 10वीं जमात विशा कंप्यूटर साइंस ਦਾ ਪਾਠ ਆਪਰੇਟਿੰਗ ਸਿਸਟਮ ਪੜ੍ਹਨ ਜਾ ਰਹੇ ਹਾਂ। ਆਪਾਂ ਇਸ ਪਾਠ ਨੂੰ ਦੋ ਭਾਗਾਂ ਦੇ ਵਿੱਚ ਪੜ੍ਹਾਂਗੇ। ਆਓ ਇਸ ਦਾ ਪਹਿਲਾ ਭਾਗ ਪੜ੍ਹਦੇ ਹਾਂ। ਆਪਰੇਟਿੰਗ ਸਿਸਟਮ। ਅਸੀਂ ਇਸ ਪਾਠ ਵਿੱਚ ਹੇਠ ਲਿਖੇ ਉਦੇਸ਼ ਪੜ੍ਹਾਂਗੇ। ਆਪਰੇਟਿੰਗ ਸਿਸਟਮ ਦੀ ਪਰਿਭਾਸ਼ਾ, ਆਪਰੇਟਿੰਗ ਸਿਸਟਮ ਵੱਲੋਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਅਤੇ ਆਪਰੇਟਿੰਗ ਸਿਸਟਮ ਦੀਆਂ ਕਿਸਮਾਂ। ਆਪਰੇਟਿੰਗ ਸਿਸਟਮ ਦੀ ਪਰਿਭਾਸ਼ਾ। ਕੰਪਿਊਟਰ ਵਿੱਚ ਦੋ ਤਰ੍ਹਾਂ ਦੇ ਸੌਫਟਵੇਅਰ ਹੁੰਦੇ ਹਨ, ਸਿਸਟਮ ਸੌਫਟਵੇਅਰ ਅਤੇ ਐਪਲੀਕੇਸ਼ਨ ਸੌਫਟਵੇਅਰ। ਆਪਰੇਟਿੰਗ ਸਿਸਟਮ ਸੌਫਟਵੇਅਰ ਦਾ ਹੀ ਹਿੱਸਾ ਹੁੰਦੇ ਹਨ। ਇਹਨਾਂ ਤੋਂ ਬਗੈਰ ਕੋਈ ਵੀ ਕੰਪਿਊਟਰ ਕੰਮ ਨਹੀਂ ਕਰ ਸਕਦਾ। ਤੁਸੀਂ ਪਹਿਲਾਂ ਵੀ ਪੜ੍ਹਿਆ ਹੈ, ਕੰਪਿਊਟਰ ਦੇ ਵਿੱਚ ਦੋ ਤਰ੍ਹਾਂ ਦੇ ਸੌਫਟਵੇਅਰ ਨੇ, ਸਿਸਟਮ ਸੌਫਟਵੇਅਰ ਤੇ ਐਪਲੀਕੇਸ਼ਨ ਸੌਫਟਵੇਅਰ। ਸਿਸਟਮ ਸੌਫਟਵੇਅਰ ਦਾ ਹੀ ਇੱਕ ਹਿੱਸਾ ਹੈ ਆਪਰੇਟਿੰਗ ਸਿਸਟਮ। ਆਪਰੇਟਿੰਗ ਸਿਸਟਮ ਤੋਂ ਬਗੈਰ ਕੋਈ ਵੀ ਕੰਪਿਊਟਰ ਕੰਮ ਨਹੀਂ ਕਰ ਸਕਦਾ, ਕੋਈ ਵੀ ਐਪਲੀਕੇਸ਼ਨ ਸੌਫਟਵੇਅਰ ਅਸੀਂ ਇੰਸਟਾਲ ਨਹੀਂ ਕਰ ਸਕਦੇ। ਜਿੰਨੀ ਦੇਰ ਤੱਕ ਸਾਡੇ ਸਿਸਟਮ ਦੇ ਵਿੱਚ, ਸਾਡੇ ਕੰਪਿਊਟਰ ਦੇ ਵਿੱਚ ਆਪਰੇਟਿੰਗ ਸਿਸਟਮ ਇੰਸਟਾਲ ਨਹੀਂ ਹੁੰਦਾ, ਅਸੀਂ ਕੋਈ ਵੀ ਕੰਮ ਨਹੀਂ ਕਰ ਸਕਦੇ। ਆਪਰੇਟਿੰਗ ਸਿਸਟਮ ਯੂਜ਼ਰ ਅਤੇ ਕੰਪਿਊਟਰ ਹਾਰਡਵੇਅਰ ਦੇ ਵਿਚਕਾਰ ਇੰਟਰਫੇਸ ਦਾ ਕੰਮ ਕਰਦਾ ਹੈ, ਗੱਲਬਾਤ ਦਾ ਸਾਧਨ ਹੈ। ਜੇਕਰ ਸਾਡੇ ਸਿਸਟਮ ਦੇ ਵਿੱਚ ਆਪਰੇਟਿੰਗ ਸਿਸਟਮ ਹੋਏਗਾ ਤਾਂ ਹੀ ਅਸੀਂ ਉਹਦੇ ਨਾਲ ਗੱਲਬਾਤ ਕਰ ਸਕਦੇ ਹਾਂ ਜਾਂ ਉਹਦੇ ਤੋਂ ਕੋਈ ਕੰਮ ਕਰਵਾ ਸਕਦੇ ਹਾਂ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਆਪਰੇਟਿੰਗ ਸਿਸਟਮ ਕੰਪਿਊਟਰ ਯੂਜ਼ਰ ਅਤੇ ਕੰਪਿਊਟਰ ਹਾਰਡਵੇਅਰ ਦੇ ਵਿਚਕਾਰ ਪੁਲ ਦੀ ਤਰ੍ਹਾਂ ਕੰਮ ਕਰਦਾ ਹੈ। ਜਿਸ ਤਰ੍ਹਾਂ ਇੱਕ ਪੁਲ ਹੁੰਦਾ ਹੈ, ਪੁਲ ਦੇ ਜ਼ਰੀਏ ਅਸੀਂ ਦੂਸਰੇ ਕਿਨਾਰੇ ਤੇ ਜਾਂਦੇ ਹਾਂ, ਉਸੇ ਤਰ੍ਹਾਂ ਅਸੀਂ ਕੰਪਿਊਟਰ ਦੇ ਆਪਰੇਟਿੰਗ ਸਿਸਟਮ ਦੇ ਜ਼ਰੀਏ ਹੀ ਉਸ ਕੰਪਿਊਟਰ ਨੂੰ ਵਰਤ ਸਕਦੇ ਹਾਂ। ਅਦਰਵਾਈਜ਼ ਉਹ ਕੰਪਿਊਟਰ ਦਾ ਹਾਰਡਵੇਅਰ ਸਾਡੇ ਲਈ ਬਿਲਕੁਲ ਡਮੀ ਹੈ। ਅਸੀਂ ਬਿਨਾਂ ਆਪਰੇਟਿੰਗ ਸਿਸਟਮ ਦੇ ਉਸ ਕੰਪਿਊਟਰ ਨੂੰ ਕਦੇ ਵੀ ਚਲਾ ਨਹੀਂ ਸਕਦੇ। ਆਪਰੇਟਿੰਗ ਸਿਸਟਮ ਦੀਆਂ ਕੁਝ ਉਦਾਹਰਨਾਂ ਨੇ: ਵਿੰਡੋਜ਼, ਲਾਈਨਕਸ, ਡੌਸ, OS X, VMX, OS 400, AIX ਤੇ ZOS। ਇਸ ਤੋਂ ਇਲਾਵਾ ਬਹੁਤ ਸਾਰੇ ਆਪਰੇਟਿੰਗ ਸਿਸਟਮ ਪ੍ਰਚਲਿਤ ਨੇ। ਆਓ ਆਪਾਂ ਅੱਗੇ ਦੇਖਦੇ ਹਾਂ। ਇਸ ਪਹਿਲੀ ਤਸਵੀਰ ਵਿੱਚ ਤੁਸੀਂ ਦੇਖ ਰਹੇ ਹੋ ਯੂਜ਼ਰ 1 2 ਯੂਜ਼ਰ n ਭਾਵ ਜੋ ਵਰਤੋਂਕਾਰ ਨੇ ਕੰਪਿਊਟਰ ਦੇ ਵਿਚਾਲੇ ਦਿੱਤਾ ਹੈ ਆਪਰੇਟਿੰਗ ਸਿਸਟਮ, ਸਿਸਟਮ ਸੌਫਟਵੇਅਰ, ਐਪਲੀਕੇਸ਼ਨ ਸੌਫਟਵੇਅਰ ਤੇ ਨੀਚੇ ਦਿੱਤਾ ਹੈ ਹਾਰਡਵੇਅਰ। ਆਪਰੇਟਿੰਗ ਸਿਸਟਮ ਕੀ ਹੈ? ਯੂਜ਼ਰ ਅਤੇ ਹਾਰਡਵੇਅਰ ਦੇ ਵਿਚਾਲੇ ਵਰਤੋਂਕਾਰ ਅਤੇ ਹਾਰਡਵੇਅਰ ਦੇ ਵਿਚਾਲੇ ਇੰਟਰਫੇਸ ਦਾ ਕੰਮ ਕਰਦਾ ਹੈ, ਗੱਲਬਾਤ ਦਾ ਸਾਧਨ ਹੈ। ਇਹਦੇ ਤੋਂ ਬਗੈਰ ਇੱਕ ਯੂਜ਼ਰ ਕਦੇ ਵੀ ਕੰਪਿਊਟਰ ਦੇ ਹਾਰਡਵੇਅਰ ਨੂੰ ਯੂਜ਼ ਨਹੀਂ ਕਰ ਸਕਦਾ। ਦੂਸਰੀ ਤਸਵੀਰ ਵਿੱਚ ਦੇਖੋ, ਆਪਰੇਟਿੰਗ ਸਿਸਟਮ ਹੈ। ਆਪਰੇਟਿੰਗ ਸਿਸਟਮ ਜੇ ਹੋਏਗਾ ਤਾਂ ਹੀ ਅਸੀਂ ਐਪਲੀਕੇਸ਼ਨਸ ਨੂੰ, ਪ੍ਰਿੰਟਰ ਨੂੰ, ਹਾਰਡ ਡਰਾਈਵ ਨੂੰ, ਕੀਬੋਰਡ ਜਾਂ ਮਾਊਸ ਨੂੰ ਯੂਜ਼ ਕਰ ਸਕਦੇ ਹਾਂ। ਨੀਚੇ ਆਪਰੇਟਿੰਗ ਸਿਸਟਮ ਦੀਆਂ ਕੁਝ ਐਗਜ਼ਾਮਪਲਸ ਨੇ: ਵਿੰਡੋਜ਼ ਹੈ, ਡੌਸ ਹੈ, ਲਾਈਨਕਸ ਹੈ, ਐਂਡਰੋਇਡ ਹੈ ਜਾਂ iOS ਹੈ। iOS ਕੀ ਹੈ? ਜਿਹੜਾ ਅਸੀਂ ਐਪਲ ਦੇ ਲਈ ਸੌਫਟਵੇਅਰ ਵਰਤਦੇ ਹਾਂ, ਐਪਲ ਦੇ ਲਈ ਐਂਡਰੋਇਡ ਸੌਫਟਵੇਅਰ ਵਰਤਦੇ ਹਾਂ, ਉਹਨੂੰ ਅਸੀਂ iOS ਬੋਲਦੇ ਹਾਂ। ਅੱਗੇ ਦੇਖੋ, ਆਪਰੇਟਿੰਗ ਸਿਸਟਮ ਰਾਹੀਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ। ਆਪਰੇਟਿੰਗ ਸਿਸਟਮ ਯੂਜ਼ਰ ਨੂੰ ਕਿਹੜੀਆਂ-ਕਿਹੜੀਆਂ ਫੈਸਿਲਿਟੀਜ਼ ਜਾਂ ਕਿਹੜੀਆਂ-ਕਿਹੜੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ, ਉਹ ਆਪਾਂ ਦੇਖਦੇ ਹਾਂ। ਇੱਕ ਆਪਰੇਟਿੰਗ ਸਿਸਟਮ ਕੰਪਿਊਟਰ ਯੂਜ਼ਰ ਅਤੇ ਕੰਪਿਊਟਰ ਪ੍ਰੋਗਰਾਮ ਦੋਨਾਂ ਨੂੰ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ: ਪ੍ਰੋਗਰਾਮ ਨੂੰ ਲਾਗੂ ਕਰਨਾ, ਪ੍ਰੋਗਰਾਮ ਨੂੰ ਐਗਜ਼ੀਕਿਊਟ ਕਰਨਾ, ਇਨਪੁਟ ਅਤੇ ਆਉਟਪੁੱਟ ਆਪਰੇਸ਼ਨਸ, ਫਾਈਲ ਸਿਸਟਮ ਨੂੰ ਮੈਨੂਪੂਲੇਟ ਕਰਨਾ, ਗਲਤੀਆਂ ਨੂੰ ਲੱਭਣਾ ਭਾਵ ਐਰਰ ਡਿਟੈਕਟ ਕਰਨਾ, ਰਿਸੋਰਸ ਪ੍ਰਦਾਨ ਕਰਵਾਉਣਾ, ਰਿਸੋਰਸ ਐਲੋਕੇਸ਼ਨਸ ਤੇ ਸੁਰੱਖਿਆ ਮਤਲਬ ਕਿ ਪ੍ਰੋਟੈਕਸ਼ਨ ਜਾਂ ਸਿਕਿਉਰਿਟੀ। ਇਹ ਸਾਰੇ ਫੀਚਰਸ ਨੇ ਜਿਹੜੇ ਆਪਰੇਟਿੰਗ ਸਿਸਟਮ ਇੱਕ ਯੂਜ਼ਰ ਨੂੰ ਪ੍ਰੋਵਾਈਡ ਕਰਦਾ ਹੈ। ਆਪਾਂ ਇਹਨਾਂ ਨੂੰ ਇੱਕ ਇੱਕ ਕਰਕੇ ਅੱਗੇ ਪੜ੍ਹਦੇ ਹਾਂ। ਸਭ ਤੋਂ ਪਹਿਲਾ ਹੈ ਪ੍ਰੋਗਰਾਮ ਨੂੰ ਲਾਗੂ ਕਰਨਾ।
ਆਪਰੇਟਿੰਗ ਸਿਸਟਮ ਯੂਜ਼ਰ ਪ੍ਰੋਗਰਾਮ ਤੋਂ ਸਿਸਟਮ ਪ੍ਰੋਗਰਾਮ ਤੱਕ ਹੇਠ ਲਿਖੀਆਂ ਕਿਰਿਆਵਾਂ ਕਰਦਾ ਹੈ। ਪ੍ਰੋਗਰਾਮ ਨੂੰ ਕੰਪਿਊਟਰ ਮੈਮਰੀ ਵਿੱਚ ਲੋਡ ਕਰਨਾ, ਭਾਵ ਕੰਪਿਊਟਰ ਦਾ ਜਿਹੜਾ ਪ੍ਰੋਗਰਾਮ ਹੈ ਉਹਨੂੰ ਮੇਨ ਮੈਮਰੀ ਦੇ ਵਿੱਚ ਰੈਮ ਦੇ ਵਿੱਚ ਲੋਡ ਕਰਨਾ, ਪ੍ਰੋਗਰਾਮ ਨੂੰ ਲਾਗੂ ਕਰਨਾ, ਪ੍ਰੋਗਰਾਮ ਨੂੰ ਐਗਜ਼ੀਕਿਊਟ ਕਰਨਾ, ਪ੍ਰੋਗਰਾਮ ਨੂੰ ਲਾਗੂ ਹੋਣ ਦੀ ਕਿਰਿਆ ਨੂੰ ਕੰਟਰੋਲ ਕਰਨਾ, ਉਹਦੀ ਜਿਹੜੀ ਪ੍ਰੋਗਰਾਮ ਦੀ ਪ੍ਰੋਸੈਸਿੰਗ ਹੈ ਉਹਨੂੰ ਕੰਟਰੋਲ ਕਰਨਾ, ਪ੍ਰੋਗਰਾਮ ਸਿੰਕਰੋਨਾਈਜੇਸ਼ਨ ਲਈ ਯੋਗ ਪ੍ਰਣਾਲੀ ਮੁਹੱਈਆ ਕਰਵਾਉਣਾ, ਪ੍ਰੋਸੈਸ ਕਮਿਊਨੀਕੇਸ਼ਨ ਲਈ ਯੋਗ ਪ੍ਰਣਾਲੀ ਮੁਹੱਈਆ ਕਰਵਾਉਣਾ, ਪ੍ਰੋਸੈਸ ਦੀ ਜਿਹੜੀ ਕਮਿਊਨੀਕੇਸ਼ਨ ਹੈ, ਪ੍ਰੋਸੈਸ ਨੇ ਕਿਹੜੇ ਕਿਹੜੇ ਕੰਪੋਨੈਂਟਸ ਦੇ ਨਾਲ ਕਮਿਊਨੀਕੇਟ ਕਰਨਾ ਹੈ, ਉਹ ਸਾਰੀ ਫੈਸਿਲਿਟੀ ਕੌਣ ਪ੍ਰੋਵਾਈਡ ਕਰਵਾਉਂਦਾ ਹੈ? ਆਪਰੇਟਿੰਗ ਸਿਸਟਮ ਕਰਦਾ ਹੈ। ਡੈਡਲੌਕ ਹੈਂਡਲਿੰਗ ਲਈ ਯੋਗ ਪ੍ਰਣਾਲੀ ਮੁਹੱਈਆ ਕਰਵਾਉਣਾ। ਡੈਡਲੌਕ ਕੀ ਹੈ? ਜਦੋਂ ਕਈ ਵਾਰ ਅਸੀਂ ਪ੍ਰੋਗਰਾਮਸ ਨੂੰ ਐਗਜ਼ੀਕਿਊਟ ਕਰਦੇ ਹਾਂ ਜਾਂ ਇੱਕ ਤੋਂ ਜ਼ਿਆਦਾ ਪ੍ਰੋਗਰਾਮ ਐਗਜ਼ੀਕਿਊਟ ਕਰਦੇ ਨੇ ਤਾਂ ਉਹ ਪ੍ਰੋਸੈਸਰ ਨੂੰ ਐਲੋਕੇਟ ਕਰ ਲੈਂਦੇ ਨੇ, ਤਾਂ ਉੱਥੇ ਇੱਕ ਡੈਡਲੌਕ ਆ ਜਾਂਦਾ ਹੈ, ਜਿਸ ਨੂੰ ਆਪਾਂ ਕੰਪਿਊਟਰ ਦੀ ਭਾਸ਼ਾ ਦੇ ਵਿੱਚ ਜਾਂ ਅਸੀਂ ਮੋਬਾਈਲ ਦੀ ਲੈਂਗੁਏਜ ਦੇ ਵਿੱਚ ਕਹਿ ਦਈਏ ਹੈਂਗ ਹੋ ਜਾਂਦਾ ਹੈ। ਤਾਂ ਉਸ ਚੀਜ਼ ਨੂੰ ਕੰਟਰੋਲ ਕਰਨਾ, ਪ੍ਰੋਗਰਾਮ ਨੂੰ ਐਗਜ਼ੀਕਿਊਟ ਪ੍ਰੋਪਰਲੀ ਢੰਗ ਦੇ ਨਾਲ ਐਗਜ਼ੀਕਿਊਟ ਕਰਵਾਉਣਾ ਆਪਰੇਟਿੰਗ ਸਿਸਟਮ ਦੀ ਜ਼ਿੰਮੇਵਾਰੀ ਹੁੰਦੀ ਹੈ। ਇਹ ਕੰਮ ਆਪਰੇਟਿੰਗ ਸਿਸਟਮ ਹੀ ਕਰਦਾ ਹੈ, ਇਹ ਫੈਸਿਲਿਟੀਜ਼ ਆਪਰੇਟਿੰਗ ਸਿਸਟਮ ਹੀ ਪ੍ਰੋਵਾਈਡ ਕਰਦਾ ਹੈ। ਆਪਾਂ ਅੱਗੇ ਹੋਰ ਦੇਖਦੇ ਹਾਂ। ਇਨਪੁਟ ਆਊਟਪੁੱਟ ਆਪਰੇਸ਼ਨ। ਜਦੋਂ ਵੀ ਅਸੀਂ ਕੋਈ ਪ੍ਰੋਗਰਾਮ ਨੂੰ ਐਗਜ਼ੀਕਿਊਟ ਕਰਨਾ ਹੈ, ਉਹਨੂੰ ਕੋਈ ਨਾ ਕੋਈ ਵੈਲਿਊਜ਼ ਇਨਪੁਟ ਦੇਵਾਂਗੇ। ਜੇ ਵੈਲਿਊਜ਼ ਇਨਪੁਟ ਦਿੱਤੀਆਂ ਨੇ ਤਾਂ ਅਸੀਂ ਉਹਦੇ ਕੋਲ ਕੋਈ ਆਊਟਪੁੱਟ ਵੀ ਲਵਾਂਗੇ। ਜੇ ਕੋਈ ਇਨਪੁਟ ਦਿੱਤਾ ਹੈ ਤਾਂ ਇਹਦਾ ਮਤਲਬ ਵੀ ਨੀਡ ਆਊਟਪੁੱਟ। ਆਪਰੇਟਿੰਗ ਸਿਸਟਮ ਯੂਜ਼ਰ ਅਤੇ ਡਿਵਾਈਸ ਡਰਾਈਵਰ ਇਨਪੁਟ ਆਊਟਪੁੱਟ ਯੰਤਰਾਂ ਲਈ ਵਿਸ਼ੇਸ਼ ਸਾਫਟਵੇਅਰ ਦੇ ਵਿਚਕਾਰ ਸੰਚਾਰ ਕਰਨ ਦਾ ਪ੍ਰਬੰਧ ਕਰਦਾ ਹੈ। ਅਸੀਂ ਜਦੋਂ ਵੀ ਕੰਪਿਊਟਰ ਦੇ ਵਿੱਚ ਹਾਰਡਵੇਅਰ ਨੂੰ ਇੰਸਟਾਲ ਕਰਦੇ ਹਾਂ ਤਾਂ ਉਹਦੇ ਨਾਲ ਰਿਲੇਟਿਡ ਜਿਹੜੇ ਡਰਾਈਵਰਸ ਨੇ ਉਹ ਵੀ ਇੰਸਟਾਲ ਕਰਦੇ ਹਾਂ। ਸਮ ਟਾਈਮ ਕਿ ਆਟੋਮੈਟਿਕਲੀ ਵੀ ਇੰਸਟਾਲ ਹੋ ਜਾਂਦੇ ਨੇ। ਉਹਨਾਂ ਨੂੰ ਕੌਣ ਹੈਂਡਲ ਕਰਦਾ ਹੈ? ਆਪਰੇਟਿੰਗ ਸਿਸਟਮ ਹੈਂਡਲ ਕਰਦਾ ਹੈ। ਇਨਪੁਟ ਆਊਟਪੁੱਟ ਆਪਰੇਸ਼ਨ ਦਾ ਮਤਲਬ ਕਿਸੇ ਫਾਈਲ ਜਾਂ ਕਿਸੇ ਇਨਪੁਟ ਯੰਤਰ ਤੇ ਰੀਡ ਜਾਂ ਰਾਈਟ ਆਪਰੇਸ਼ਨ ਕਰਨਾ, ਕੋਈ ਫਾਈਲ ਨੂੰ ਰੀਡ ਕਰਨਾ ਜਾਂ ਕਿਸੇ ਫਾਈਲ ਨੂੰ ਰਾਈਟ ਕਰਨਾ। ਆਪਰੇਟਿੰਗ ਸਿਸਟਮ ਜ਼ਰੂਰਤ ਪੈਣ ਤੇ ਕਿਸੇ ਵੀ ਇਨਪੁਟ ਆਊਟਪੁੱਟ ਯੰਤਰ ਤੇ ਪਹੁੰਚ ਕਰਨ ਦੀ ਪ੍ਰਵਾਨਗੀ ਦਿੰਦਾ ਹੈ। ਸਪੋਜ਼ ਅਸੀਂ ਕੋਈ ਪ੍ਰਿੰਟ ਆਊਟ ਲੈਣਾ ਹੈ ਤਾਂ ਆਪਰੇਟਿੰਗ ਸਿਸਟਮ ਉਹਦੀ ਆਪਾਂ ਨੂੰ ਪਰਮਿਸ਼ਨ ਦੇ ਦਿੰਦਾ ਹੈ। ਜੇ ਕੋਈ ਫਾਈਲ ਅਸੀਂ ਲੈਣੀ ਹੈ ਤਾਂ ਉਹਦੀ ਪਰਮਿਸ਼ਨਸ ਕੌਣ ਦਿੰਦਾ ਹੈ? ਆਪਰੇਟਿੰਗ ਸਿਸਟਮ ਦਿੰਦਾ ਹੈ। ਅੱਗੇ ਦੇਖੋ, ਫਾਈਲ ਸਿਸਟਮ ਨੂੰ ਮੈਨੂਪਲੇਟ ਕਰਨਾ। ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਫਾਈਲ ਕੀ ਹੈ। ਕਲੈਕਸ਼ਨ ਆਫ ਡਾਟਾ। ਫਾਈਲ ਵਿਸ਼ੇਸ਼ ਸੂਚਨਾ ਦਾ ਸੰਗ੍ਰਹਿ ਹੁੰਦੀ ਹੈ ਜੋ ਕਿ ਕੰਪਿਊਟਰ ਦੀ ਸੈਕੰਡਰੀ ਮੈਮਰੀ ਭਾਵ ਸਾਡੀ ਪੈਨ ਡਰਾਈਵ, ਹਾਰਡ ਡਿਸਕ ਜਾਂ ਸਾਡੀ DVD ਤੇ ਸਟੋਰ ਹੁੰਦੀ ਹੈ। ਫਾਈਲ ਸਿਸਟਮ ਨੂੰ ਮੈਨੂਪਲੇਟ ਕਰਨ ਤੋਂ ਭਾਵ ਹੈ ਕਿ ਵੱਖ-ਵੱਖ ਤਰ੍ਹਾਂ ਦੇ ਫਾਈਲ ਆਪਰੇਸ਼ਨ ਜਿਵੇਂ ਕਿ ਡਿਲੀਟ, ਕਾਪੀ ਅਤੇ ਮੂਵ ਦੀ ਆਗਿਆ ਦੇਣਾ। ਕੋਈ ਅਸੀਂ ਡਾਟਾ ਲੈਣਾ ਹੈ, ਕੋਈ ਡਾਟਾ ਡਿਲੀਟ ਕਰਨਾ ਹੈ, ਕੋਈ ਡਾਟਾ ਕਾਪੀ ਕਰਨਾ ਹੈ, ਉਹ ਸਾਰੀ ਪਰਮਿਸ਼ਨਸ ਕੌਣ ਦਿੰਦਾ ਹੈ? ਆਪਰੇਟਿੰਗ ਸਿਸਟਮ ਦਿੰਦਾ ਹੈ। ਇਸ ਸੰਬੰਧੀ ਆਪਰੇਟਿੰਗ ਸਿਸਟਮ ਵੱਲੋਂ ਹੇਠ ਲਿਖੀਆਂ ਮੁੱਖ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ। ਫਾਈਲ ਨੂੰ ਰੀਡ ਜਾਂ ਰਾਈਟ ਕਰਨ ਲਈ ਪ੍ਰੋਗਰਾਮ ਉਪਲਬਧ ਕਰਨਾ। ਆਪਰੇਟਿੰਗ ਸਿਸਟਮ ਪ੍ਰੋਗਰਾਮ ਨੂੰ ਫਾਈਲ ਉੱਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ। ਆਪਰੇਟਿੰਗ ਸਿਸਟਮ ਹੀ ਅਲਾਉ ਕਰਦਾ ਹੈ ਯੂਜ਼ਰ ਨੂੰ ਕਿ ਉਹ ਫਾਈਲ ਤੇ ਕੰਮ ਕਰੇ ਜਾਂ ਨਾ ਕਰੇ। ਇਹ ਆਗਿਆ ਰੀਡ ਓਨਲੀ, ਰਾਈਟ ਓਨਲੀ, ਡਿਨਾਈ ਕਰਨਾ ਜਾਂ ਕੋਈ ਹੋਰ ਹੋ ਸਕਦੀ ਹੈ। ਆਪਰੇਟਿੰਗ ਸਿਸਟਮ ਪਰਮਿਸ਼ਨ ਦਿੰਦਾ ਹੈ ਉਹ ਫਾਈਲ ਨੂੰ ਸਿਰਫ ਅਸੀਂ ਰੀਡ ਕਰ ਸਕਦੇ ਹਾਂ ਜਾਂ ਅਸੀਂ ਉਹਨੂੰ ਐਡਿਟ ਕਰ ਸਕਦੇ ਹਾਂ ਜਾਂ ਉਹਦੇ ਤੇ ਕੋਈ ਡਾਟਾ ਰਾਈਟ ਕਰ ਸਕਦੇ ਹਾਂ। ਜਾਂ ਡਿਨਾਈ ਦਾ ਮਤਲਬ ਕਿ ਕੋਈ ਵੀ ਪਰਮਿਸ਼ਨ ਨਾ ਦੇ, ਮਤਲਬ ਕਿ ਤੁਸੀਂ ਨਾ ਤਾਂ ਫਾਈਲ ਨੂੰ ਰੀਡ ਕਰ ਸਕਦੇ ਨਾ ਹੀ ਰਾਈਟ ਕਰ ਸਕਦੇ। ਇਹ ਕੌਣ ਪਰਮਿਸ਼ਨਸ ਦਿੰਦਾ ਹੈ? ਆਪਰੇਟਿੰਗ ਸਿਸਟਮ ਦਿੰਦਾ ਹੈ। ਆਪਰੇਟਿੰਗ ਸਿਸਟਮ ਯੂਜ਼ਰ ਨੂੰ ਫਾਈਲਾਂ ਕ੍ਰੀਏਟ, ਡਿਲੀਟ, ਡਾਇਰੈਕਟਰੀਆਂ ਕ੍ਰੀਏਟ, ਡਿਲੀਟ ਅਤੇ ਫਾਈਲਾਂ ਦਾ ਬੈਕਅਪ ਕ੍ਰੀਏਟ ਕਰਨ ਲਈ ਇੰਟਰਫੇਸ ਪ੍ਰਦਾਨ ਕਰਦਾ ਹੈ। ਆਪਰੇਟਿੰਗ ਸਿਸਟਮ ਹੀ ਇਹ ਪਰਮਿਸ਼ਨ ਦਿੰਦਾ ਹੈ ਕਿ ਤੁਸੀਂ ਕੋਈ ਫਾਈਲ ਬਣਾ ਸਕਦੇ ਹੋ ਜਾਂ ਫਾਈਲ ਨੂੰ ਡਿਲੀਟ ਕਰ ਸਕਦੇ ਹੋ, ਕੋਈ ਡਾਇਰੈਕਟਰੀ ਕ੍ਰੀਏਟ ਕਰ ਸਕਦੇ ਹੋ, ਡਾਇਰੈਕਟਰੀ ਨੂੰ ਡਿਲੀਟ ਕਰ ਸਕਦੇ ਹੋ, ਜਾਂ ਜਿਹੜਾ ਡਾਟਾ ਤੁਸੀਂ ਕੰਮ ਕਰ ਰਹੇ ਹੋ ਜਾਂ ਫਾਈਲਸ ਬਣਾ ਰਹੇ ਹੋ ਉਹਦਾ ਬੈਕਅਪ ਲੈ ਸਕਦੇ ਹੋ। ਇਹ ਸਾਰੀਆਂ ਫੈਸਿਲਿਟੀਜ਼, ਇਹ ਸਾਰਾ ਕੰਮ ਕੌਣ ਆਪਾਂ ਨੂੰ ਪਰਮਿਸ਼ਨਸ ਦਿੰਦਾ ਹੈ? ਆਪਰੇਟਿੰਗ ਸਿਸਟਮ ਹੀ ਦਿੰਦਾ ਹੈ। ਅੱਗੇ ਦੇਖੋ, ਗਲਤੀਆਂ ਨੂੰ ਲੱਭਣਾ। ਨੈਚੁਰਲ ਹੈ, ਜਦੋਂ ਵੀ ਅਸੀਂ ਕੋਈ ਕੰਪਿਊਟਰ ਤੇ ਕੰਮ ਕਰਾਂਗੇ, ਕੋਈ ਇਨਪੁਟ ਦੇਵਾਂਗੇ ਤਾਂ ਸਾਡੇ ਕੋਲ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ। ਅਸੀਂ MS ਵਰਡ ਦੇ ਵਿੱਚ ਕੰਮ ਕਰਦੇ ਹਾਂ, ਕਈ ਵਾਰ ਸਾਡੇ ਕੋਲ ਟਾਈਪਿੰਗ ਦੇ ਦੌਰਾਨ ਕੋਈ ਸਪੈਲਿੰਗ ਗਲਤ ਹੋ ਜਾਂਦੇ ਨੇ ਜਾਂ ਕੋਈ ਗ੍ਰਾਮੈਟੀਕਲ ਮਿਸਟੇਕ ਆ ਜਾਂਦੀ ਹੈ। ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ
कि जे कोई ग्रामैटिकल मिस्टेक है तो नीचे ग्रीन लाइन आ जाती है, जे कोई स्पैलिंग मिस्टेक है तो नीचे रेड लाइन आ जाती है। वो कौन फाइंड आउट कर रहा है? ऑपरेटिंग सिस्टम फाइंड आउट कर रहा है। गलतियां किसी भी वेले किसी भी थां ते हो सकदियां ਹਨ। CPU इनपुट आउटपुट यंत्र ਜਾਂ कंप्यूटर हार्डवेयर मैमरी ਵਿੱਚ कोई गलती हो सकती है। कौन गलती करता है? ਜਦੋਂ ਅਸੀਂ ਕੋਈ ਇਨਪੁਟ ਦਿੰਨੇ ਹਾਂ ਜਾਂ ਕੋਈ ਸਾਡੇ ਕੋਈ ਹਾਰਡਵੇਅਰ ਦੀ ਕੋਈ ਪ੍ਰੋਬਲਮ ਹੈ, ਉਹਦੇ ਕੋਈ ਡਰਾਈਵਰਸ ਇੰਸਟਾਲ ਨਹੀਂ ਹੈਗੇ ਜਾਂ ਕੋਈ ਹੋਰ ਇਸ਼ੂ ਹੈ, ਤਾਂ ਉਹ ਸਾਰੀਆਂ ਗਲਤੀਆਂ ਨੂੰ ਕੌਣ ਫਾਈਂਡ ਆਊਟ ਕਰਦਾ? ਆਪਰੇਟਿੰਗ ਸਿਸਟਮ। ਐਰਰ ਹੈਂਡਲਿੰਗ ਦੇ ਸਬੰਧ ਵਿੱਚ ਕੰਪਿਊਟਰ ਆਪਰੇਟਿੰਗ ਸਿਸਟਮ ਹੇਠ ਲਿਖੀਆਂ ਕਿਰਿਆਵਾਂ ਕਰਦਾ ਹੈ। ਆਪਰੇਟਿੰਗ ਸਿਸਟਮ ਗਲਤੀਆਂ ਨੂੰ ਲਗਾਤਾਰ ਚੈੱਕ ਕਰਦਾ ਹੈ। ਜੋ ਅਸੀਂ ਕੰਮ ਕਰ ਰਹੇ ਹਾਂ, ਅਸੀਂ ਕੰਟੀਨਿਊ ਕੰਮ ਕਰ ਰਹੇ ਹਾਂ, ਬੈਕ ਐਂਡ ਤੇ ਆਪਰੇਟਿੰਗ ਸਿਸਟਮ ਉਹਨਾਂ ਦੇ ਵਿੱਚ ਗਲਤੀਆਂ ਲੱਭ ਰਿਹਾ ਹੈ। ਆਪਰੇਟਿੰਗ ਸਿਸਟਮ ਸਹੀ ਅਤੇ ਲਗਾਤਾਰ ਕੰਪਿਊਟਿੰਗ ਕਰਨ ਲਈ ਢੁਕਵੀਂ ਕਾਰਵਾਈ ਕਰਦਾ ਹੈ। ਜਿੰਨੀ ਵੀ ਅਸੀਂ ਕੋਈ ਕੈਲਕੂਲੇਸ਼ਨਸ ਕਰਦੇ ਹਾਂ, ਆਪਰੇਟਿੰਗ ਸਿਸਟਮ ਉਹਨੂੰ ਦੇਖਦਾ ਹੈ ਕਿ ਉਹ ਸਹੀ ਹੋ ਰਹੀ ਹੈ ਜਾਂ ਨਹੀਂ ਸਹੀ ਹੋ ਰਹੀ। ਅਸੀਂ ਕੈਲਕੂਲੇਟਰ ਤੇ ਕੈਲਕੂਲੇਸ਼ਨ ਕਰਦੇ ਹਾਂ, ਸਾਡੇ ਕੋਲ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ। ਅਸੀਂ ਕੰਪਿਊਟਰ ਦੇ ਵਿੱਚ ਐਕਸਲ ਦੇ ਜ਼ਰੀਏ ਜਾਂ ਕਿਸੇ ਹੋਰ ਸੌਫਟਵੇਅਰ ਦੇ ਜ਼ਰੀਏ ਕੈਲਕੂਲੇਸ਼ਨਸ ਕਰਦੇ ਹਾਂ, ਤਾਂ ਸਾਡਾ ਫੇਥ ਹੈ ਕਿ ਕੰਪਿਊਟਰ ਹਮੇਸ਼ਾ ਹੀ ਜਿਹੜਾ ਕੰਮ ਹੈ ਉਹ ਐਕੂਰੇਟ ਕਰਦਾ ਹੈ। ਉਹ ਐਕੂਰੇਟ ਕੌਣ ਕਰਵਾਉਂਦਾ ਹੈ? ਆਪਰੇਟਿੰਗ ਸਿਸਟਮ ਕੰਮ ਕਰਵਾਉਂਦਾ ਹੈ। ਤਾਂ ਆਪਰੇਟਿੰਗ ਸਿਸਟਮ ਜਿਹੜਾ ਹੈ ਸਾਡੇ ਸਿਸਟਮ ਦੇ ਵਿੱਚ ਜਾਂ ਜਿਹੜੇ ਸਾਡੇ ਵੱਲੋਂ ਜੋ ਡਾਟਾ ਇਨਪੁਟ ਦਿੱਤਾ ਜਾ ਰਿਹਾ ਹੈ, ਉਹਦੀਆਂ ਸਾਰੀਆਂ ਗਲਤੀਆਂ ਨੂੰ ਕੌਣ ਫਾਈਂਡ ਆਊਟ ਕਰਦਾ ਹੈ? ਆਪਰੇਟਿੰਗ ਸਿਸਟਮ ਕਰਦਾ ਹੈ। ਆਪਾਂ ਅੱਗੇ ਹੋਰ ਪੜ੍ਹਦੇ ਹਾਂ। ਰਿਸੋਰਸ ਮੈਨੇਜਮੈਂਟ। ਜਦੋਂ ਅਸੀਂ ਆਪਦੇ ਕੰਪਿਊਟਰ ਨੂੰ ਯੂਜ਼ ਕਰਨਾ ਹੈ ਜਾਂ ਅਸੀਂ ਕੋਈ ਟਾਸਕ ਕੰਮ ਕਰਨਾ ਹੈ, ਤਾਂ ਸਾਨੂੰ ਰਿਸੋਰਸਿਸ ਦੀ ਤਾਂ ਜ਼ਰੂਰਤ ਹੁੰਦੀ ਹੈ। ਤਾਂ ਉਹ ਰਿਸੋਰਸਿਸ ਇੱਕ ਯੂਜ਼ਰ ਨੂੰ ਕੌਣ ਪ੍ਰੋਵਾਈਡ ਕਰਵਾਉਂਦਾ ਹੈ? ਆਪਰੇਟਿੰਗ ਸਿਸਟਮ ਪ੍ਰੋਵਾਈਡ ਕਰਵਾਉਂਦਾ ਹੈ। ਮਲਟੀ ਯੂਜ਼ਰ ਜਾਂ ਮਲਟੀ ਟਾਸਕਿੰਗ। ਮਲਟੀ ਯੂਜ਼ਰ ਤੋਂ ਭਾਵ ਇੱਕ ਤੋਂ ਵੱਧ ਯੂਜ਼ਰਸ, ਮਲਟੀ ਟਾਸਕਿੰਗ ਇੱਕ ਤੋਂ ਵੱਧ ਟਾਸਕ ਪਰਫਾਰਮ ਹੋ ਰਿਹਾ ਹੈ। ਵਾਤਾਵਰਣ ਵਿੱਚ ਉਪਲਬਧ ਰਿਸੋਰਸ ਜਿਵੇਂ ਕਿ ਮੁੱਖ ਮੈਮਰੀ, CPU, ਸਾਈਕਲ ਅਤੇ ਫਾਈਲ ਸਟੋਰੇਜ ਆਦਿ ਨੂੰ ਹਰੇਕ ਯੂਜ਼ਰ ਜਾਂ ਜੌਬ ਵਿੱਚ ਵੰਡਿਆ ਜਾਂਦਾ ਹੈ। ਜਦੋਂ ਬਹੁਤ ਜ਼ਿਆਦਾ ਯੂਜ਼ਰ ਸਿਸਟਮ ਯੂਜ਼ ਕਰ ਰਹੇ ਹੋਣ ਤਾਂ ਆਪਰੇਟਿੰਗ ਸਿਸਟਮ ਕੀ ਕਰਦਾ ਹੈ? ਉਹ ਸਾਰਿਆਂ ਨੂੰ ਜੌਬਸ ਦੇ ਵਿੱਚ ਵੰਡ ਦਿੰਦਾ ਹੈ ਤਾਂ ਕਿ ਉਹ ਸਾਰੇ ਜਿਹੜੇ ਉਹਦੇ ਰਿਸੋਰਸਿਸ ਨੇ, CPU ਦਾ ਸਾਈਕਲ ਹੈ ਜਾਂ ਫਾਈਲ ਸਟੋਰੇਜ ਹੈ, ਉਹਨੂੰ ਇਕੁਅਲੀ ਵੰਡ ਸਕਣ ਜਾਂ ਇਕੁਅਲੀ ਯੂਜ਼ ਕਰ ਸਕਣ। ਇਸ ਦੇ ਸਬੰਧ ਵਿੱਚ ਆਪਰੇਟਿੰਗ ਸਿਸਟਮ ਹੇਠ ਲਿਖੀਆਂ ਕਿਰਿਆਵਾਂ ਕਰਦਾ ਹੈ। ਆਪਰੇਟਿੰਗ ਸਿਸਟਮ ਰਿਸੋਰਸ ਮੈਨੇਜਰ ਦੇ ਤੌਰ ਤੇ ਕੰਮ ਕਰਦਾ ਹੈ। ਆਪਰੇਟਿੰਗ ਸਿਸਟਮ ਐਕਟ ਐਜ਼ ਐਨ ਰਿਸੋਰਸ ਮੈਨੇਜਰ। ਉਹ ਰਿਸੋਰਸ ਮੈਨੇਜਰ ਦੀ ਤਰ੍ਹਾਂ ਕੰਮ ਕਰਦਾ ਹੈ। ਆਪਰੇਟਿੰਗ ਸਿਸਟਮ ਹਰ ਕਿਸਮ ਦੇ ਪ੍ਰੋਸੈਸ ਦਾ ਪ੍ਰਬੰਧ ਸ਼ਡਿਊਲਰ ਦੀ ਵਰਤੋਂ ਨਾਲ ਕਰਦਾ ਹੈ। ਸ਼ਡਿਊਲਰ ਆਪਾਂ ਅੱਗੇ ਵੀ ਪੜਾਂਗੇ। ਸ਼ਡਿਊਲਰ ਕੀ ਹੈ? CPU ਦੀ ਟਾਈਮਿੰਗ ਦਾ ਟੈਕਨੀਕ ਹੈ ਜਿਹਨੂੰ ਅਸੀਂ ਸ਼ਡਿਊਲਰ ਬੋਲ ਦਿੰਦੇ ਹਾਂ। ਵੀ CPU ਆਪਣੇ ਟਾਈਮ ਕਿਵੇਂ ਰਿਸੋਰਸਿਸ ਦੇ ਅਕੋਰਡਿੰਗ ਜਾਂ ਯੂਜ਼ਰ ਦੇ ਅਕੋਰਡਿੰਗ ਉਹਨਾਂ ਨੂੰ ਸ਼ੇਅਰ ਕਰਦਾ ਹੈ। CPU ਦੀ ਵਧੀਆ ਵਰਤੋਂ ਲਈ CPU ਸ਼ਡਿਊਲਿੰਗ ਐਲਗੋਰਿਥਮ ਵਰਤਿਆ ਜਾਂਦਾ ਹੈ। CPU ਦੀ ਐਲਗੋਰਿਥਮ ਕੀਤੀ ਜਾਂਦੀ ਹੈ ਵੀ ਕਿਸ ਤਰ੍ਹਾਂ ਕਿਹੜੇ ਯੂਜ਼ਰ ਨੂੰ ਕਿੰਨਾ ਟਾਈਮ ਦਿੱਤਾ ਜਾਵੇ ਉਹਨੂੰ ਪ੍ਰੋਸੈਸ ਨੂੰ ਕੰਪਲੀਟ ਕਰਨ ਦੇ ਲਈ। ਇਹਨਾਂ ਨੂੰ ਆਪਾਂ ਅੱਗੇ ਹੋਰ ਪੜਾਂਗੇ। ਅੱਗੇ ਹੈ ਸੁਰੱਖਿਆ ਜਾਂ ਪ੍ਰੋਟੈਕਸ਼ਨ। ਦਿਸ ਇਜ਼ ਦਾ ਵੈਰੀ ਮੇਜਰ ਫੈਸਿਲਿਟੀ ਪ੍ਰੋਵਾਈਡਡ ਬਾय ਆਪਰੇਟਿੰਗ ਸਿਸਟਮ। ਅਸੀਂ ਜਦੋਂ ਵੀ ਕੋਈ ਕੰਪਿਊਟਰ ਤੇ ਕੰਮ ਕਰਨਾ ਹੈ ਤਾਂ ਸਾਡਾ ਇਹ ਹੁੰਦਾ ਹੈ ਉਹ ਕੰਪਿਊਟਰ ਤੇ ਜਿਹੜਾ ਸਾਡਾ ਡਾਟਾ ਹੈ ਉਹ ਸੇਫ ਰਹੇ, ਲੰਬੇ ਸਮੇਂ ਦੇ ਲਈ ਅਸੀਂ ਉਹਨੂੰ ਯੂਜ਼ ਕਰ ਸਕੀਏ, ਉਹਨੂੰ ਕੋਈ ਦੂਸਰਾ ਬੰਦਾ ਉਹਨੂੰ हैक ना कर सके ਜਾਂ ਉਹਦੇ ਵਿੱਚ ਕੋਈ ਚੇਂਜਸ ਨਾ ਕਰ ਸਕੇ। ਤਾਂ ਇਹ ਪ੍ਰੋਟੈਕਸ਼ਨ ਕੌਣ ਪ੍ਰੋਵਾਈਡ ਕਰਵਾਉਂਦਾ ਹੈ? ਆਪਰੇਟਿੰਗ ਸਿਸਟਮ। ਇੱਕ ਕੰਪਿਊਟਰ ਸਿਸਟਮ ਜਿਸ ਤੇ ਮਲਟੀਪਲ ਇੱਕ ਤੋਂ ਵੱਧ ਯੂਜ਼ਰ ਹਨ ਤੇ ਇੱਕੋ ਸਮੇਂ ਵਿੱਚ ਜਿਸ ਤੇ ਮਲਟੀਪਲ ਪ੍ਰੋਸੈਸ ਚੱਲ ਰਹੇ ਹੋਣ, ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਪ੍ਰੋਸੈਸਿਸ ਨੂੰ ਇੱਕ ਦੂਜੇ ਦੀ ਕਿਰਿਆਵਾਂ ਤੋਂ ਸੁਰੱਖਿਅਤ ਰੱਖਣਾ ਜ਼ਰੂਰੀ ਹੈ। ਜਦੋਂ ਇੱਕ ਤੋਂ ਜ਼ਿਆਦਾ ਯੂਜ਼ਰ ਕੰਪਿਊਟਰ ਨੂੰ ਐਕਸੈਸ ਕਰਦੇ ਨੇ ਤਾਂ ਆਪਰੇਟਿੰਗ ਸਿਸਟਮ ਇਹਨਾਂ ਨੂੰ ਜਿਹੜੀਆਂ ਸਾਡੀਆਂ ਪ੍ਰੋਸੈਸਿਸ ਨੇ ਉਹਨਾਂ ਨੂੰ ਪ੍ਰੋਟੈਕਟ ਕਰਕੇ ਰੱਖਦਾ ਹੈ। ਆਪਰੇਟਿੰਗ ਸਿਸਟਮ ਇਹ ਯਕੀਨੀ ਬਣਾਉਣ ਕਿ ਸਿਸਟਮ ਸੋਰਸਾਂ ਤੇ ਪਹੁੰਚ ਕੰਟਰੋਲ ਵਿੱਚ ਹੈ। ਆਪਰੇਟਿੰਗ ਸਿਸਟਮ ਇਹ ਯਕੀਨੀ ਬਣਾਉਂਦਾ ਹੈ ਕਿ ਸਾਰੇ ਬਾਹਰੀ ਇਨਪੁਟ ਅਤੇ ਆਉਟਪੁੱਟ ਯੰਤਰ ਅਵੈਧ ਪਹੁੰਚ ਤੋਂ ਸੁਰੱਖਿਅਤ ਹਨ। ਜਿੰਨੇ ਵੀ ਸਾਡੇ ਇਨਪੁਟ ਆਉਟਪੁੱਟ ਨੇ ਉਹਨਾਂ ਤੇ ਕੋਈ ਬਾਹਰ ਤੋਂ ਕੋਈ ਐਕਸਟਰਨਲ ਕੋਈ ਗਲਤ ਐਕਸੈਸ ਤਾਂ ਨਹੀਂ ਉਹਨਾਂ ਨੂੰ ਕਰ ਰਿਹਾ, ਉਹ ਸਾਰਾ ਆਪਰੇਟਿੰਗ ਸਿਸਟਮ ਦੇਖਦਾ ਹੈ। ਆਪਰੇਟਿੰਗ ਸਿਸਟਮ ਹਰ ਯੂਜ਼ਰ ਨੂੰ ਪ੍ਰਮਾਣਿਤ ਕਰਨ ਲਈ ਪਾਸਵਰਡ ਦੀ ਵਿਸ਼ੇਸ਼ ਸਹੂਲਤ ਦਿੰਦਾ ਹੈ। ਜਦੋਂ ਵੀ ਕਿਸੇ ਯੂਜ਼ਰ ਨੇ ਸਿਸਟਮ ਨੂੰ ਐਕਸੈਸ ਕਰਨਾ ਹੈ ਤਾਂ ਉਹਨੂੰ ਇੱਕ ਪਾਸਵਰਡ ਮਿਲਦਾ ਹੈ, तो पासवर्ड के जरिए ही आपदे जिहड़े सिस्टम नूं है एक्सैस कर सकता है जां उहनूं यूज़ कर सकता है। इहदे नाल की है वो कदे भी जिहड़ा है वो ऑपरेटिंग सिस्टम जिहड़ा है उहनां नूं डिनाई कर सकता है। जेकर कोई गलत एक्सैस करता है तो उन्होंने जोड़ा है ओपन नहीं करन देगा प्रोसैस नूं जां उन्होंने प्रोग्राम नूं एग्जीक्यूट नहीं करन देगा। ये सारे कौन काम देखता है? ऑपरेटिंग
सिस्टम देखता है। अगे आप देखते हाँ टाइप्स ऑफ ऑपरेटिंग सिस्टम की ने साडे कोल। ਹੁਣ ਆਉਂਦਾ ਹੈ ਆਪਰੇਟਿੰਗ ਸਿਸਟਮ ਦੀਆਂ ਕਿਸਮਾਂ। ਆਪਰੇਟਿੰਗ ਸਿਸਟਮ ਅਸੀਂ ਪੜ੍ਹ ਚੁੱਕੇ ਹਾਂ ਯੂਜ਼ਰ ਅਤੇ ਹਾਰਡਵੇਅਰ ਦੇ ਵਿੱਚ ਇੰਟਰਫੇਸ ਦੀ ਤਰ੍ਹਾਂ ਕੰਮ ਕਰਦਾ ਹੈ, ਬਟ ਆਪਰੇਟਿੰਗ ਸਿਸਟਮ ਦੀਆਂ ਵੀ ਅਲੱਗ-ਅਲੱਗ ਕਿਸਮਾਂ ਨੇ। ਕਿਸ ਤਰ੍ਹਾਂ ਦਾ ਆਪਰੇਟਿੰਗ ਸਿਸਟਮ ਕਿੱਥੇ ਯੂਜ਼ ਕੀਤਾ ਜਾਣਾ ਹੈ ਜਾਂ ਕਿਸ ਤਰ੍ਹਾਂ ਦਾ ਸਿਸਟਮ ਨੂੰ ਆਪਰੇਟਿੰਗ ਸਿਸਟਮ ਯੂਜ਼ ਹੋ ਰਹੇ ਨੇ, ਅੱਜ ਉਹਨਾਂ ਨੂੰ ਆਪਾਂ ਪੜ੍ਹਦੇ ਹਾਂ। ਆਪਰੇਟਿੰਗ ਸਿਸਟਮ ਪਹਿਲੀ ਜਨਰੇਸ਼ਨ ਤੋਂ ਹੀ ਹੋਂਦ ਵਿੱਚ ਹਨ ਅਤੇ ਸਮੇਂ-ਸਮੇਂ ਤੇ ਵਿਕਸਿਤ ਹੁੰਦੇ ਰਹੇ ਹਨ। ਫਸਟ ਜਨਰੇਸ਼ਨ ਜਦੋਂ ਤੱਕ ਕੰਪਿਊਟਰ ਹੋਂਦ ਵਿੱਚ ਆਏ ਨੇ ਉਦੋਂ ਤੋਂ ਹੀ ਆਪਰੇਟਿੰਗ ਸਿਸਟਮ ਵਿਕਸਿਤ ਨੇ, ਉਦੋਂ ਤੋਂ ਹੀ ਆਪਰੇਟਿੰਗ ਸਿਸਟਮ ਯੂਜ਼ ਹੋ ਰਹੇ ਨੇ। ਆਪਰੇਟਿੰਗ ਸਿਸਟਮ ਦੀਆਂ ਕੁਝ ਮਹੱਤਵਪੂਰਨ ਕਿਸਮਾਂ ਹਨ ਬੈਚ ਆਪਰੇਟਿੰਗ ਸਿਸਟਮ, ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ, ਡਿਸਟ੍ਰੀਬਿਊਟਿਡ ਆਪਰੇਟਿੰਗ ਸਿਸਟਮ, ਨੈਟਵਰਕ ਆਪਰੇਟਿੰਗ ਸਿਸਟਮ ਅਤੇ ਰੀਅਲ ਟਾਈਮ ਆਪਰੇਟਿੰਗ ਸਿਸਟਮ। ਇਹਨਾਂ ਸਾਰੇ ਸਿਸਟਮਸ ਨੂੰ, ਇਹਨਾਂ ਸਾਰੇ ਆਪਰੇਟਿੰਗ ਸਿਸਟਮਸ ਨੂੰ ਆਪਾਂ ਇੱਕ ਇੱਕ ਕਰਕੇ ਅੱਗੇ ਡਿਟੇਲ ਦੇ ਵਿੱਚ ਪੜ੍ਹਦੇ ਹਾਂ। ਬੈਚ ਆਪਰੇਟਿੰਗ ਸਿਸਟਮ। ਬੈਚ ਤੋਂ ਭਾਵ ਕੀ ਹੈ? ਗਰੁੱਪ। ਇਹ ਸਿਸਟਮ ਅਧੀਨ ਇੱਕ ਯੂਜ਼ਰ ਸਿੱਧੇ ਤੌਰ ਤੇ ਕੰਪਿਊਟਰ ਨਾਲ ਨਹੀਂ ਜੁੜਿਆ ਹੁੰਦਾ। ਹਰੇਕ ਯੂਜ਼ਰ ਆਪਣਾ ਕੰਮ ਆਫਲਾਈਨ ਯੰਤਰ ਜਿਵੇਂ ਕਿ ਪੰਚ ਕਾਰਡ ਤੇ ਤਿਆਰ ਕਰਦਾ ਹੈ। ਇਹ ਤਸਵੀਰ 'ਚ ਤੁਸੀਂ ਦੇਖ ਰਹੇ ਹੋ, ਇਹ ਪੰਚ ਕਾਰਡ ਬਣਿਆ ਹੋਇਆ ਹੈ। ਹਰੇਕ ਯੂਜ਼ਰ ਜਿਹੜਾ ਹੈ ਆਪਦਾ ਕੰਮ ਉਹ ਇੱਕ ਸੈਪਰੇਟ ਆਫਲਾਈਨ ਇੱਕ ਪੰਚ ਕਾਰਡ ਤੇ ਕੰਮ ਕਰਦਾ ਹੈ ਅਤੇ ਇਸ ਨੂੰ ਕੰਪਿਊਟਰ ਆਪਰੇਟਰ ਕੋਲ ਜਮ੍ਹਾਂ ਕਰਵਾ ਦਿੰਦਾ ਹੈ। ਆਪਰੇਟਰ ਇੱਕੋ ਕਿਸਮ ਦੇ ਪ੍ਰੋਗਰਾਮ ਅਨੁਸਾਰ ਡਾਟਾ ਛਾਂਟ ਕੇ ਬੈਚ ਵਿੱਚ ਵੰਡ ਦਿੰਦਾ ਹੈ ਅਤੇ ਇੱਕ ਇੱਕ ਗਰੁੱਪ ਨੂੰ ਚਲਾਇਆ ਜਾਂਦਾ ਹੈ। ਇਸ ਸਿਸਟਮ ਦੀਆਂ ਕੁਝ ਮੁਸ਼ਕਿਲਾਵਾਂ ਹਨ। ਇਹਦੇ ਵਿੱਚ ਕੀ ਹੈ, ਇੱਕ ਯੂਜ਼ਰ ਜਾਂ ਇੱਕ ਤੋਂ ਵੱਧ ਯੂਜ਼ਰ ਨੇ ਉਹ ਆਪਣਾ ਆਪਣਾ ਕੰਮ ਇਹਨਾਂ ਪੰਚ ਕਾਰਡ ਤੇ ਕਰਦੇ ਨੇ ਤੇ ਕੰਪਿਊਟਰ ਆਪਰੇਟਰ ਨੂੰ ਦੇ ਦਿੰਦੇ ਨੇ। ਕੰਪਿਊਟਰ ਆਪਰੇਟਰ ਇੱਕੋ ਤਰ੍ਹਾਂ ਦੇ ਜਿਹੜੇ ਟਾਸਕ ਨੇ ਉਹਨਾਂ ਨੂੰ ਛਾਂਟ ਕੇ ਫਿਰ ਉਹਨਾਂ ਨੂੰ ਕੰਪਿਊਟਰ ਤੇ ਐਗਜ਼ੀਕਿਊਟ ਕਰਦਾ ਹੈ, ਇੱਕ ਗਰੁੱਪ ਦੇ ਵਾਈਜ਼ ਉਹਨਾਂ ਨੂੰ ਚਲਾਉਂਦਾ ਹੈ। ਇਹਦੀਆਂ ਕੁਝ ਪ੍ਰੋਬਲਮਸ ਨੇ। ਯੂਜ਼ਰ ਅਤੇ ਕੰਮ ਵਿੱਚ ਆਪਸੀ ਤਾਲਮੇਲ ਦੀ ਕਮੀ ਹੋਣਾ। ਯੂਜ਼ਰ ਅਤੇ ਜਿਹੜਾ ਕੰਮ ਹੈ ਉਹਨਾਂ ਦੇ ਵਿੱਚ ਕੋਈ ਕੋਆਰਡੀਨੇਸ਼ਨ ਨਹੀਂ ਹੈ। ਮਕੈਨੀਕਲ ਇਨਪੁਟ ਆਊਟਪੁੱਟ ਯੰਤਰਾਂ ਦੀ ਰਫ਼ਤਾਰ CPU ਨਾਲੋਂ ਘੱਟ ਹੋਣ ਕਰਕੇ CPU ਬਿਨਾਂ ਕਿਸੇ ਕੰਮ ਦੇ ਵਿਹਲੇ ਰਹਿੰਦਾ ਹੈ। ਜਿਹੜੇ ਮਕੈਨੀਕਲ ਇਨਪੁਟ ਆਊਟਪੁੱਟ ਯੰਤਰ ਨੇ ਉਹ ਸਲੋ ਨੇ, CPU ਦੀ ਸਪੀਡ ਜਿਹੜੀ ਉਹ ਫਾਸਟ ਹੈ। ਇਸ ਕਰਕੇ CPU ਜਿਹੜਾ ਕੰਮ ਹੈ ਉਹ ਬੜੀ ਤੇਜ਼ੀ ਨਾਲ ਐਗਜ਼ੀਕਿਊਟ ਕਰ ਦਿੰਦਾ ਹੈ, ਬਟ ਸਾਡੇ ਕੋਲ ਜਿਹੜਾ ਇਨਪੁਟ ਹੈ ਉਹ ਪ੍ਰੋਪਰਲੀ ਤਿਆਰ ਨਹੀਂ ਹੁੰਦਾ। ਇਸ ਕਰਕੇ CPU ਬਹੁਤਾ ਟਾਈਮ ਜਿਹੜਾ ਹੈ ਉਹ ਫ੍ਰੀ ਰਹਿੰਦਾ ਹੈ। ਜ਼ਰੂਰਤ ਅਨੁਸਾਰ ਤਰਜੀਹ ਦੇਣਾ ਮੁਸ਼ਕਿਲ ਹੈ। ਸਪੋਜ਼ ਕਿਸੇ ਕੰਮ ਦੀ ਸਾਨੂੰ ਪ੍ਰਾਇਓਰਿਟੀ ਹੈ ਜਾਂ ਅਸੀਂ ਕੰਮ ਨੂੰ ਪਹਿਲਾਂ ਕਰਨਾ ਚਾਹੁੰਦੇ ਹਾਂ, ਬਟ ਇਸ ਸਿਸਟਮ ਦੇ ਵਿੱਚ ਉਹ ਫੈਸਿਲਿਟੀ ਅਵੇਲੇਬਲ ਨਹੀਂ ਹੈਗੀ ਕਿ ਅਸੀਂ ਪ੍ਰਾਇਓਰਿਟੀ ਬੇਸ ਤੇ ਕਿਸੇ ਕੰਮ ਨੂੰ ਪਹਿਲਾਂ ਐਗਜ਼ੀਕਿਊਟ ਕਰਵਾ ਸਕੀਏ। ਅੱਗੇ ਆਪਾਂ ਹੋਰ ਨੈਕਸਟ ਆਪਰੇਟਿੰਗ ਸਿਸਟਮ ਦੇਖਦੇ ਹਾਂ। ਇਸ ਪਿਕਚਰ 'ਚ ਦੇਖੋ ਯੂਜ਼ਰਸ, ਯੂਜ਼ਰ ਇਹ ਯੂਜ਼ਰਸ ਨੇ ਆਪਦੀ ਜੌਬ ਨੂੰ ਕ੍ਰੀਏਟ ਕਰਕੇ ਆਪਰੇਟਰ ਕੋਲ ਦੇ ਰਹੇ ਨੇ। ਆਪਰੇਟਰ ਉਹਨਾਂ ਨੂੰ ਛਾਂਟ ਕੇ ਗਰੁੱਪਸ ਦੇ ਵਿੱਚ ਵੰਡ ਦਿੰਦਾ ਹੈ ਜਾਂ ਬੈਚਿਸ ਦੇ ਵਿੱਚ ਵੰਡ ਲੈਂਦਾ ਹੈ ਤੇ ਫਿਰ ਕੰਪਿਊਟਰ ਨੂੰ ਐਗਜ਼ੀਕਿਊਟ ਕਰਨ ਦੇ ਲਈ ਅੱਗੇ ਫਾਰਵਰਡ ਕਰਦਾ ਹੈ। ਦਿਸ ਟਾਈਪ ਆਫ ਆਪਰੇਟਿੰਗ ਸਿਸਟਮ ਇਜ਼ ਕਾਲਡ ਬੈਚ ਆਪਰੇਟਿੰਗ ਸਿਸਟਮ। Now comes to next, time sharing operating system। time sharing ਨਾਮ ਤੋਂ ਪਤਾ ਲੱਗ ਰਿਹਾ ਹੈ ਕਿ ਟਾਈਮ ਨੂੰ ਜਿਹੜਾ ਉਹ ਸ਼ੇਅਰ ਕੀਤਾ ਜਾ ਰਿਹਾ ਹੈ, ਟਾਈਮ ਨੂੰ ਵੰਡਿਆ ਜਾ ਰਿਹਾ ਹੈ। ਇਹ ਸਿਸਟਮ ਵੱਖੋ-ਵੱਖ ਟਰਮੀਨਲ ਤੇ ਬੈਠੇ ਯੂਜ਼ਰ ਨੂੰ ਇੱਕ ਹੀ ਸਮੇਂ ਵਿੱਚ ਖਾਸ ਕੰਪਿਊਟਰ ਸਿਸਟਮ ਨੂੰ ਵਰਤਣ ਦੇ ਯੋਗ ਬਣਾਉਂਦਾ ਹੈ। ਮਲਟੀਟਾਸਕਿੰਗ ਟਾਈਮ ਸ਼ੇਅਰਿੰਗ ਦਾ ਭਾਗ ਹੈ। ਮਲਟੀਟਾਸਕਿੰਗ ਦੇ ਵਿੱਚ ਕੀ ਹੈ, ਇੱਕ ਤੋਂ ਜ਼ਿਆਦਾ ਕੰਮ ਹੋ ਰਹੇ ਨੇ। ਉਹ ਕੰਮ ਕਿਵੇਂ ਹੋ ਰਹੇ ਨੇ? ਦੇਖੋ ਅਸੀਂ ਕੰਪਿਊਟਰ ਤੇ ਗਾਣੇ ਵੀ ਸੁਣ ਰਹੇ ਹਾਂ, ਕੋਈ ਟਾਈਪਿੰਗ ਵੀ ਕਰ ਰਹੇ ਹਾਂ, ਕੋਈ ਪ੍ਰਿੰਟਿੰਗ ਵੀ ਕਰ ਰਹੇ ਹਾਂ, ਕੋਈ ਡਾਟਾ ਕਾਪੀ ਵੀ ਹੋ ਰਿਹਾ ਹੈ। ਹਾਊ ਇਟ ਇਜ਼ ਪੋਸੀਬਲ? ਬਾਈ ਯੂਜ਼ਿੰਗ ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ। ਉਹ CPU ਦਾ ਜਿਹੜਾ ਸਾਈਕਲ ਹੈ ਉਹ ਆਟੋਮੈਟਿਕਲੀ ਇਹਨਾਂ ਸਾਰੀਆਂ ਪ੍ਰੋਸੈਸਿਸ ਦੇ ਵਿੱਚ ਕੀ ਹੈ ਉਹ ਵੰਡਿਆ ਗਿਆ, ਉਹਨਾਂ ਦਾ ਟਾਈਮ ਇਸੇ ਤਰ੍ਹਾਂ ਉਹ ਐਗਜ਼ੀਕਿਊਟ ਕਰ ਰਹੀਆਂ ਨੇ। ਮਲਟੀਪਲ ਕੰਮਾਂ ਨੂੰ CPU ਰਾਹੀਂ ਉਹਨਾਂ ਵਿਚਕਾਰ ਸਵਿਚਿੰਗ ਤਕਨੀਕ ਲਾਗੂ ਕੀਤੀ ਜਾਂਦੀ ਹੈ ਜੋ ਕਿ ਬਹੁਤ ਰਫ਼ਤਾਰ ਵਿੱਚ ਹੁੰਦੀ ਹੈ। ਇਸ ਸਿਸਟਮ ਦੀਆਂ ਕੀ ਵਿਸ਼ੇਸ਼ਤਾਵਾਂ ਨੇ? CPU ਦਾ ਸਮਾਂ ਵੰਡ ਕੇ ਹਰੇਕ ਯੂਜ਼ਰ ਨੂੰ ਦਿੱਤਾ ਜਾਂਦਾ ਹੈ। ਜਲਦੀ ਰਿਸਪੌਂਸ ਪ੍ਰਾਪਤ ਕਰਨ ਦੀ ਸਹੂਲਤ ਹੈ, ਜਲਦੀ ਉਹਦੀ ਆਊਟਪੁੱਟ ਆ ਜਾਂਦੀ ਹੈ ਜਾਂ ਜਲਦੀ ਰਿਸਪੌਂਸ ਮਿਲ ਜਾਂਦਾ ਹੈ। ਸੌਫਟਵੇਅਰ ਦੀ ਡੁਪਲੀਕੇਸ਼ਨ ਨੂੰ ਰੋਕਦਾ ਹੈ। ਬਿਲਕੁਲ ਸੌਫਟਵੇਅਰ ਦੀ ਜਿਹੜੀ ਡੁਪਲੀਕੇਸ਼ਨ ਹੈ ਉਹ ਇਹਦੇ ਨਾਲ ਰੁਕ ਜਾਂਦੀ ਹੈ। CPU ਦਾ ਖਾਲੀ ਸਮਾਂ ਕੱਟ ਜਾਂਦਾ ਹੈ ਕਿਉਂਕਿ CPU ਆਟੋਮੈਟਿਕਲੀ ਇੱਕ ਪ੍ਰੋਸੈਸ ਤੋਂ ਦੂਜੀ ਤੋਂ ਤੀਜੀ ਤੋਂ ਚੌਥੀ ਫਿਰ ਪਹਿਲੀ, ਉਹ ਆਟੋਮੈਟਿਕਲੀ CPU ਦਾ ਸ਼ੈਡਿਊਲਿੰਗ ਜਿਹੜੀ ਕੀਤੀ ਹੈ
ਉਹ ਸਵਿਚਿੰਗ ਹੋਣ ਦੇ ਕਾਰਨ ਕਿ ਉਹ CPU ਜਿਹੜਾ ਉਹ ਫ੍ਰੀ ਘੱਟ ਹੁੰਦਾ ਹੈ। ਬਟ ਹਾਨੀਆਂ ਵੀ ਨੇ ਇਹਦੀਆਂ ਨਾਲ ਡਾਟਾ ਸੰਚਾਰ ਦੀ ਸਮੱਸਿਆ ਹੈ, ਡਾਟਾ ਕਮਿਊਨੀਕੇਸ਼ਨ ਦੀ ਵੀ ਪ੍ਰੋਬਲਮ ਹੈ, ਭਰੋਸੇਯੋਗਤਾ ਦੀ ਸਮੱਸਿਆ। ਅਸੀਂ ਇਹ ਜਿਹੜਾ ਸਿਸਟਮ ਹੈ ਇੰਨਾ ਭਰੋਸੇਯੋਗ ਨਹੀਂ ਹੈ, ਟਰਸਟਵਰਦੀ ਨਹੀਂ ਹੈ। ਡਾਟਾ ਦੀ ਸੁਰੱਖਿਆ, ਡਾਟਾ ਸੇਫ ਕਈ ਵਾਰ ਨਹੀਂ ਹੁੰਦਾ, ਕਿਉਂਕਿ ਇਹਨੂੰ ਜ਼ਿਆਦਾ ਜਦੋਂ ਅਸੀਂ ਪ੍ਰੋਸੈਸਿਸ ਨੂੰ ਐਗਜ਼ੀਕਿਊਟ ਕਰਨੇ ਆ ਜਾਂ ਜ਼ਿਆਦਾ ਯੂਜ਼ਰ ਕਰਦੇ ਨੇ ਤਾਂ ਡਾਟਾ ਦੀ ਜਿਹੜੀ ਸੇਫਟੀ ਹੈ, ਉਹ ਪ੍ਰੋਟੈਕਸ਼ਨ ਹੈ, ਉਹ ਘਟ ਜਾਂਦੀ ਹੈ। ਇਹਦੀ ਆਪਾਂ ਇਮੇਜ ਦੇਖਦੇ ਹਾਂ। ਟਾਈਮ ਸ਼ੇਅਰਿੰਗ ਦੇ ਵਿੱਚ ਦੇਖੋ ਇੱਕ CPU ਸੈਂਟਰ 'ਚ ਬਣਿਆ ਹੈ, CPU ਦਾ ਸਾਈਕਲ ਉਹਨਾਂ ਨੇ ਬਣਾਇਆ ਹੈ, ਰਾਊਂਡ ਦੇ ਵਿੱਚ ਯੂਜ਼ਰਸ ਯੂਜ਼ ਕਰ ਰਹੇ ਨੇ ਉਹਨੂੰ। ਯੂਜ਼ਰ 5 ਨੂੰ ਇਸ ਟਾਈਮ CPU ਐਲੋਕੇਟ ਹੈ, ਉਹ ਫਿਰ ਘੁੰਮਦਾ ਜਿਹੜਾ ਹੈ ਉਹ ਨੈਕਸਟ ਉਹ ਸਾਰੇ ਯੂਜ਼ਰਸ ਨੂੰ ਟਾਈਮ ਜਿਹੜਾ ਹੈ ਉਹਦਾ ਸ਼ੇਅਰ ਹੁੰਦਾ ਰਹਿੰਦਾ ਹੈ। ਅੱਗੇ ਆਪਾਂ ਨੈਕਸਟ ਆਪਰੇਟਿੰਗ ਸਿਸਟਮ ਪੜ੍ਹਦੇ ਹਾਂ। ਡਿਸਟ੍ਰੀਬਿਊਟਿਡ ਆਪਰੇਟਿੰਗ ਸਿਸਟਮ। ਇਹ ਸਿਸਟਮ ਟੋਟਲੀ ਕਮਿਊਨੀਕੇਸ਼ਨ ਨੈਟਵਰਕ ਬੇਸਡ ਆਪਰੇਟਿੰਗ ਸਿਸਟਮ ਹੈ। ਇਸ ਸਿਸਟਮ ਵਿੱਚ ਮਲਟੀਪਲ ਰੀਅਲ ਟਾਈਮ ਐਪਲੀਕੇਸ਼ਨ ਅਤੇ ਮਲਟੀਪਲ ਯੂਜ਼ਰ ਨੂੰ ਸੇਵਾ ਦੇਣ ਲਈ ਮਲਟੀਪਲ ਕੇਂਦਰੀ ਪ੍ਰੋਸੈਸਰ ਦੀ ਵਰਤੋਂ ਕਰਦਾ ਹੈ। ਕੇਂਦਰੀ ਦਾ ਭਾਵ ਕੀ ਹੈ? ਸੈਂਟਰਲ ਪ੍ਰੋਸੈਸਰ। ਇਹ ਪ੍ਰੋਸੈਸਰ ਆਪਸ ਵਿੱਚ ਸੰਚਾਰ ਲਾਈਨਾਂ ਰਾਹੀਂ ਸੰਚਾਰ ਕਰਦੇ ਹਨ। ਇਹਦੇ ਵਿੱਚ ਕੀ ਹੈ, ਇੱਕ ਸੈਂਟਰ ਦੇ ਵਿੱਚ ਕਮਿਊਨੀਕੇਸ਼ਨ ਨੈਟਵਰਕ ਦੇ ਜ਼ਰੀਏ ਇਹ ਸਾਰੇ ਜਿਹੜੇ ਸਿਸਟਮਸ ਨੇ ਉਹ ਇੱਕ ਦੂਜੇ ਦੇ ਨਾਲ ਕਮਿਊਨੀਕੇਟ ਕਰਦੇ ਨੇ। ਵਿਸ਼ੇਸ਼ਤਾਵਾਂ ਕੀ ਨੇ? ਜੇਕਰ ਯੂਜ਼ਰ ਕਿਸੇ ਇੱਕ ਕੰਪਿਊਟਰ ਤੇ ਹੈ ਤਾਂ ਉਹ ਕਿਸੇ ਦੂਜੇ ਕੰਪਿਊਟਰ ਦਾ ਡਾਟਾ ਅਤੇ ਰਿਸੋਰਸ ਵਰਤ ਸਕਦਾ ਹੈ। ਅਸੀਂ ਇੱਕ ਕੰਪਿਊਟਰ ਤੇ ਕੰਮ ਕਰ ਰਹੇ ਹਾਂ, ਅਸੀਂ ਕਮਿਊਨੀਕੇਸ਼ਨ ਨੈਟਵਰਕ ਦੇ ਨਾਲ ਜੁੜੇ ਹੋਏ ਹਾਂ, ਤਾਂ ਅਸੀਂ ਸਪੋਜ਼ ਸਾਨੂੰ ਕਿਸੇ ਰਿਸੋਰਸ ਦੀ ਜ਼ਰੂਰਤ ਹੈ ਜਾਂ ਪ੍ਰਿੰਟਰ ਦੀ ਜ਼ਰੂਰਤ ਹੈ ਤਾਂ ਅਸੀਂ ਕਮਿਊਨੀਕੇਸ਼ਨ ਨੈਟਵਰਕ ਦੇ ਜ਼ਰੀਏ ਉਹਨੂੰ ਐਕਸੈਸ ਕਰ ਸਕਦੇ ਹਾਂ। ਇਲੈਕਟ੍ਰੋਨਿਕ ਮੇਲ ਨਾਲ ਡਾਟਾ ਤੇਜ਼ੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੇ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਇਲੈਕਟ੍ਰੋਨਿਕ ਮੇਲ ਤੁਹਾਨੂੰ ਪਤਾ ਹੈ, ਇਲੈਕਟ੍ਰੋਨਿਕ ਮੇਲ ਬਹੁਤ ਵਧੀਆ ਫੈਸਿਲਿਟੀ ਹੈ ਜਿਹਦੇ ਨਾਲ ਡਾਟਾ ਅਸੀਂ ਫਾਈਲਸ ਨੂੰ ਇੱਕ ਥਾਂ ਤੋਂ ਦੂਸਰੀ ਜਗ੍ਹਾ ਤੇ ਸ਼ੇਅਰ ਕਰ ਸਕਦੇ ਹਾਂ। ਹੋਸਟ ਕੰਪਿਊਟਰ ਤੇ ਲੋਡ ਦੀ ਕਮੀ। ਜਿਹੜਾ ਹੋਸਟ ਕੰਪਿਊਟਰ ਹੈ ਉਹਦੇ ਉੱਪਰ ਲੋਡ ਹੈ, ਉਹਦੇ ਤੇ ਵਰਕਲੋਡ ਜਿਹੜਾ ਉਹ ਘੱਟ ਪੈਂਦਾ ਹੈ, ਕਿਉਂਕਿ ਡਾਟਾ ਜਿਹੜਾ ਉਹ ਡਿਸਟ੍ਰੀਬਿਊਟ ਕਰ ਦਿੱਤਾ ਜਾਂਦਾ ਹੈ। ਜੇਕਰ ਇੱਕ ਸਾਈਟ ਬੰਦ ਹੋ ਜਾਂਦੀ ਹੈ ਤਾਂ ਬਾਕੀ ਸਾਈਟ ਚਲਦੀਆਂ ਰਹਿੰਦੀਆਂ ਹਨ। ਮੰਨ ਲਓ ਇੱਕ ਸਿਸਟਮ ਬੰਦ ਹੋ ਗਿਆ ਜਾਂ ਇੱਕ ਸਾਈਟ ਬੰਦ ਹੋ ਗਈ, ਇਹਦੇ ਨਾਲ ਬਾਕੀ ਨੈਟਵਰਕ ਤੇ ਜਾਂ ਬਾਕੀ ਆਪਰੇਟਿੰਗ ਸਿਸਟਮ ਦਾ ਜਿਹੜਾ ਡਿਸਟ੍ਰੀਬਿਊਟਿਡ ਆਪਰੇਟਿੰਗ ਸਿਸਟਮ ਹੈ ਉਹਦੇ ਤੇ ਨਹੀਂ ਫਰਕ ਪੈਂਦਾ। ਉਹ ਸਾਰਾ ਦਾ ਸਾਰਾ ਜਿਹੜਾ ਹੈ ਉਹ ਉਵੇਂ ਐਜ਼ ਇਟ ਇਜ਼ ਵਰਕ ਕਰਦਾ ਰਹਿੰਦਾ ਹੈ। ਡਾਟਾ ਪ੍ਰੋਸੈਸਿੰਗ ਵਿੱਚ ਹੋਣ ਵਾਲੀ ਦੇਰੀ ਦੀ ਕਮੀ। ਜਿਹੜਾ ਡਾਟਾ ਪ੍ਰੋਸੈਸਿੰਗ ਤੇ ਟਾਈਮ ਲੱਗਦਾ ਸੀ ਪਹਿਲਾਂ ਵਾਲੇ ਕਿਸੇ ਆਪਰੇਟਿੰਗ ਸਿਸਟਮਸ ਤੇ, ਉਹ ਇਹਦੇ ਵਿੱਚ ਕੀ ਹੈ, ਘੱਟ ਲੱਗਦਾ ਹੈ, ਕਿਉਂਕਿ ਡਾਟਾ ਆਪਦਾ ਜਿਹੜਾ ਉਹ ਡਿਸਟ੍ਰੀਬਿਊਟ ਕਰਕੇ ਉਹਨੂੰ ਐਕਸੈਸ ਕਰ ਰਹੇ ਨੇ। ਆਪਾਂ ਇਹਦੀ ਇਮੇਜ ਦੇਖਦੇ ਹਾਂ। ਇਨ ਦਿਸ ਆਪਰੇਟਿੰਗ ਸਿਸਟਮ ਕਮਿਊਨੀਕੇਸ਼ਨ ਨੈਟਵਰਕ ਸੈਂਟਰ ਦੇ ਵਿੱਚ ਹੈ, ਉਹਦੇ ਨਾਲ ਨੈਟਵਰਕ ਦੇ ਨਾਲ ਜਿਹੜੇ ਅਲੱਗ-ਅਲੱਗ ਸਿਸਟਮਸ ਜੋੜੇ ਗਏ ਨੇ। ਹਰੇਕ ਕੋਲ ਆਪਦਾ CPU ਹੈ, ਮੈਮਰੀ ਹੈ, ਡਿਸਕ ਹੈ। ਦੇਖੋ ਦੋ ਸਿਸਟਮ ਨੇ ਜਿਨ੍ਹਾਂ ਕੋਲ ਸਿਰਫ ਆਪਣਾ CPU ਤੇ ਮੈਮਰੀ ਹੈ, ਡਿਸਕ ਨਹੀਂ ਹੈ। ਉਹ ਕਮਿਊਨੀਕੇਸ਼ਨ ਨੈਟਵਰਕ ਦੇ ਵਿੱਚ ਹੋਣ ਦੇ ਜ਼ਰੀਏ ਉਹ ਡਾਟਾ ਕਿਸੇ ਦੂਸਰੇ ਰਿਸੋਰਸ ਤੇ ਜਾਂ ਦੂਸਰੀ ਕਿਸੇ ਲੋਕੇਸ਼ਨ ਤੇ ਡਾਟਾ ਆਪਦਾ ਸੇਵ ਕਰ ਸਕਦੇ ਨੇ। ਅਸੀਂ ਇਹਦੇ ਵਿੱਚ ਪੜ੍ਹ ਚੁੱਕੇ ਹਾਂ ਕਿ ਮੰਨ ਲਓ ਕਿਸੇ ਨੂੰ ਕਿਸੇ ਰਿਸੋਰਸ ਦੀ ਲੋੜ ਹੈ ਤਾਂ ਉਹ ਕਮਿਊਨੀਕੇਸ਼ਨ ਨੈਟਵਰਕ ਦੇ ਜ਼ਰੀਏ ਦੂਸਰੇ ਦਾ ਰਿਸੋਰਸ ਵੀ ਯੂਜ਼ ਕਰ ਸਕਦੇ ਨੇ। ਨੈਕਸਟ ਦੇਖਿਓ। NOS ਨੈਟਵਰਕ ਆਪਰੇਟਿੰਗ ਸਿਸਟਮ ਪਪੂਲਰ ਹੈ, ਅੱਜ ਕੱਲ ਬਹੁਤ ਪਪੂਲਰ ਹੈ। ਇਹ ਸਿਸਟਮ ਸੌਫਟਵੇਅਰ ਸਰਵਰ ਤੇ ਚੱਲਦਾ ਹੈ ਅਤੇ ਸਰਵਰ ਨੂੰ ਡਾਟਾ ਯੂਜ਼ਰ ਗਰੁੱਪ ਸੁਰੱਖਿਆ ਅਤੇ ਹੋਰ ਨੈਟਵਰਕਿੰਗ ਫੰਕਸ਼ਨ ਦਾ ਪ੍ਰਬੰਧ ਕਰਨ ਦੇ ਯੋਗ ਬਣਾਉਂਦਾ ਹੈ। ਪਹਿਲਾਂ ਤਾਂ ਸਰਵਰ ਪਤਾ ਹੋਣਾ ਚਾਹੀਦਾ ਕਿ ਇਹ ਸਰਵਰ ਇਜ਼ ਅ ਕੰਪਿਊਟਰ ਹੈ। ਇਹ ਵੀ ਕੰਪਿਊਟਰ ਹੈ, ਬਟ ਇਹ ਇੱਕ ਲਾਰਜ ਕੈਪੈਸਿਟੀ ਵਾਲਾ, ਲਾਰਜ ਮੈਮਰੀ ਵਾਲਾ ਕੰਪਿਊਟਰ ਹੈ ਜਿਹੜਾ ਬਾਕੀ ਜਿਹੜੇ ਕੰਪਿਊਟਰਸ ਨੂੰ ਵੀ ਹੈਂਡਲ ਕਰ ਸਕਦਾ ਹੈ, ਬਾਕੀਆਂ ਦੀ ਐਕਸੈਸ ਕਰ ਸਕਦਾ ਹੈ। ਦੇਖੋ ਜਿਵੇਂ ਆਪਾਂ ਕਿਸੇ ਬੈਂਕ ਦੀ ਗੱਲ ਕਰੀਏ ਤਾਂ ਬੈਂਕ ਦੇ ਵਿੱਚ 10-15 ਜਿਹੜੇ ਮੁਲਾਜ਼ਮ ਕੰਮ ਕਰ ਰਹੇ ਨੇ, ਉਹ ਮੁਲਾਜ਼ਮਸ ਨੂੰ ਦੇ ਨਾਲ ਰਿਲੇਟਡ ਕੰਪਿਊਟਰ ਪਏ ਨੇ ਉਹਨਾਂ ਦੇ ਕੋਲ। ਉਹ ਸਾਰੇ ਕੰਪਿਊਟਰਸ ਨੂੰ ਇੱਕ ਹੋਰ ਕੰਪਿਊਟਰ ਐਕਸੈਸ ਕਰ ਰਿਹਾ ਜਾਂ ਉਹਨਾਂ ਨੂੰ ਦੇਖ ਰਿਹਾ ਹੈ, ਉਹਨੂੰ ਕੀ ਬੋਲਦੇ ਹਾਂ ਅਸੀਂ? ਸਰਵਰ ਕੰਪਿਊਟਰ ਬੋਲਦੇ ਹਾਂ। ਉਹ ਸਾਰਾ ਜਿਹੜਾ ਡੇਟਾ ਹੈ ਉਹ ਸਾਰਾ ਕਿਹਦੇ ਤੇ ਜਾ ਕੇ ਸੇਵ ਹੋ ਰਿਹਾ ਹੈ? ਸਰਵਰ ਤੇ ਹੋ ਰਿਹਾ ਹੈ। ਇਸ ਸਿਸਟਮ ਦਾ ਮੁੱਖ ਮੰਤਵ ਹੈ ਨੈਟਵਰਕ ਨਾਲ ਜੁੜੇ ਮਲਟੀਪਲ ਯੂਜ਼ਰ ਜਿਵੇਂ ਕਿ LAN, ਲੋਕਲ ਏਰੀਆ ਨੈਟਵਰਕ, ਪ੍ਰਾਈਵੇਟ ਨੈਟਵਰਕ ਜਿਵੇਂ ਕਿਸੇ ਘਰ ਦਾ, ਕਿਸੇ ਕੰਪਨੀ ਦਾ, ਕਿਸੇ ਫੈਕਟਰੀ ਦਾ, ਨੂੰ ਫਾਈਲਾਂ ਅਤੇ ਪ੍ਰਿੰਟਰ ਤੇ ਪਹੁੰਚਣ ਦੀ ਆਗਿਆ ਦੇਣਾ। ਉਦਾਹਰਨ ਮਾਈਕਰੋਸਾਫਟ ਵਿੰਡੋਜ਼ ਸਰਵਰ 2003, 2008, ਯੂਨਿਕਸ, ਲਾਈਨਿਕਸ, OS X ਜਾਂ ਵਿੰਡੋ NT ਵੀ ਆਈ ਸੀ, ਨੈਟਵਰਕ ਟੈਕਨੋਲੋਜੀ। ਇਹ ਵਿੰਡੋਜ਼ ਦੇ ਕੁਝ ਆਪਰੇਟਿੰਗ ਸਿਸਟਮ ਨੇ ਜਿਹੜੇ ਸਰਵਰ ਦੇ ਨਾਲ ਡੀਲ ਕਰਦੇ ਨੇ ਜਾਂ ਜਿਹੜੀ ਸਪੈਸ਼ਲੀ ਨੈਟਵਰਕ ਵਾਸਤੇ ਤਿਆਰ ਕੀਤੇ ਗਏ ਨੇ। ਇਹਨਾਂ ਦੇ ਲਾਭ ਕੀ ਨੇ?
ਸਰਵਰ ਨੂੰ ਵੱਖਰੀ ਲੋਕੇਸ਼ਨ ਤੋਂ ਰਿਮੋਟ ਐਕਸੈਸ ਕਰਨਾ ਸੰਭਵ ਹੈ। ਅਸੀਂ ਸਰਵਰ ਨੂੰ ਕਿਸੇ ਦੂਸਰੀ ਲੋਕੇਸ਼ਨ ਤੋਂ ਵੀ ਐਕਸੈਸ ਕਰ ਸਕਦੇ ਹਾਂ। ਸਰਵਰ ਸੁਰੱਖਿਆ ਸਰਵਰ ਰਾਹੀਂ ਮੈਨੇਜ ਕੀਤੀ ਜਾਂਦੀ ਹੈ। ਸਾਰੇ ਸਿਸਟਮ ਦੀ ਜਿਹੜੀ ਸੁਰੱਖਿਆ ਹੈ ਉਹ ਸਾਰੇ ਕੌਣ ਮੈਨੇਜ ਕਰਦਾ ਹੈ? ਸਰਵਰ। ਦੇਖੋ 5 ਮਿੰਟ ਬੈਂਕ ਵਾਲੇ ਨਾ ਬੈਠੇ ਹੋਣ ਤਾਂ ਉਹਨਾਂ ਦੀ ਬਾਇਓਮੈਟ੍ਰਿਕ ਜਿਹੜੀ ਹੈ ਉਹ ਫਿਰ ਐਕਟੀਵੇਟ ਕਰਨੀ ਪੈਂਦੀ ਹੈ ਉਹਨਾਂ ਨੂੰ। ਇਹ ਸਾਰਾ ਕੰਮ ਕੌਣ ਦੇਖ ਰਿਹਾ ਹੈ? ਸਰਵਰ। ਹਾਨੀਆਂ ਕੀ ਨੇ? ਸਰਵਰ ਨੂੰ ਖਰੀਦਣਾ ਅਤੇ ਚਲਾਉਣਾ ਕਾਫੀ ਮਹਿੰਗਾ ਹੁੰਦਾ ਹੈ। ਜਿਹੜਾ ਸਰਵਰ ਦਾ ਸੈਟਅਪ ਕਰਨਾ ਹੈ ਜਾਂ ਸਰਵਰ ਨੂੰ ਖਰੀਦਣਾ ਹੈ ਉਹ ਕੋਸਟਲੀ ਹੁੰਦਾ ਹੈ, ਕਾਫੀ ਕੋਸਟਲੀ ਹੈ ਕੰਪੈਰੇਟਿਵ ਟੂ ਸਿੰਪਲ ਡੈਸਕਟਾਪ ਮਸ਼ੀਨ ਜਾਂ ਸਿੰਪਲ ਡੈਸਕਟਾਪ ਪੀਸੀ ਦੇ ਕੰਪੈਰੇਟਿਵ ਸਰਵਰ ਜਿਹੜਾ ਹੈ ਉਹ ਕੋਸਟਲੀ ਹੈ। ਕਈ ਕੰਮਾਂ ਲਈ ਸੈਂਟਰਲ ਲੋਕੇਸ਼ਨ ਸਰਵਰ ਤੇ ਨਿਰਭਰ ਕਰਨਾ ਪੈਂਦਾ ਹੈ। ਸਪੋਜ਼ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਉਹ ਸਰਵਰ ਤੇ ਡਿਪੈਂਡ ਕਰਨਾ ਪੈਂਦਾ ਹੈ ਵੀ ਸਰਵਰ ਸਾਨੂੰ ਉਹ ਚੀਜ਼ ਨੂੰ ਪ੍ਰੋਵਾਈਡ ਕਰੇ, ਉਹ ਫਾਈਲ ਨੂੰ ਐਕਸੈਸ ਕਰਨ ਦੀ ਪਰਮਿਸ਼ਨ ਦੇ ਜਾਂ ਹੋਰ ਪਰਮਿਸ਼ਨਸ ਜਿਹੜੀਆਂ ਇਟ ਡਿਪੈਂਡਸ ਅਪਨ ਸਰਵਰ। ਆਪਾਂ ਇਹਦੀ ਇਮੇਜ ਦੇਖਦੇ ਹਾਂ। look at the picture। ਡਾਟਾ ਸਟੋਰ ਸਰਵਰ ਸੌਫਟਵੇਅਰ, ਸਾਰੇ ਏਜੰਟਸ ਨੇ ਜਾਂ ਸਾਰੇ ਯੂਜ਼ਰਸ ਨੇ, ਇਹ ਸਾਰੇ ਕਿਹਦੇ ਨਾਲ ਅਟੈਚ ਨੇ? ਸਰਵਰ ਨੇ। ਸਰਵਰ ਨੂੰ ਕੌਣ ਦੇਖ ਰਿਹਾ ਹੈ? ਐਡਮਿਨਿਸਟ੍ਰੇਟਰ ਪੈਨਲ ਦੇਖ ਰਿਹਾ ਹੈ। ਉਹ ਸਾਰੀਆਂ ਜਿੰਨੇ ਵੀ ਏਜੰਟਸ ਨੇ ਉਹ ਸਾਰੇ ਡਿਪੈਂਡਸ ਨੇ ਸਰਵਰ ਤੇ। ਉਹਨਾਂ ਦਾ ਸਾਰਾ ਦਾ ਜਿਹੜਾ ਡੇਟਾ ਹੈ, ਸਾਰਾ ਬੈਕਅਪ ਕਿੱਥੇ ਸਟੋਰ ਹੋ ਰਿਹਾ ਹੈ? ਸਰਵਰ ਤੇ ਹੋ ਰਿਹਾ ਹੈ। ਇਟਸ ਟੋਟਲੀ ਸੇਫ ਨੈਟਵਰਕ ਹੈ, ਬਟ ਯੂਜ਼ਰਸ ਨੂੰ ਜਿਹੜੀ ਪਰਮਿਸ਼ਨਸ ਨੇ ਜਾਂ ਐਕਸੈਸ ਕਰਨੀ ਪਰਮਿਸ਼ਨ ਨੇ ਉਹ ਐਡਮਿਨਿਸਟ੍ਰੇਟਰ ਤੋਂ ਹੀ ਮਿਲਦੀਆਂ ਨੇ। ਨੈਕਸਟ ਦੇਖੋ, ਰੀਅਲ ਟਾਈਮ ਆਪਰੇਟਿੰਗ ਸਿਸਟਮ। ਰੀਅਲ ਦਾ ਮਤਲਬ ਕੀ ਹੁੰਦਾ ਹੈ? ਅਸਲ। ਦਿਸ ਆਪਰੇਟਿੰਗ ਸਿਸਟਮ ਇਜ਼ ਵੈਰੀ ਪਪੂਲਰ ਇਨ ਵੈਪਨ ਸਿਸਟਮ, 에ਅਰ ਟ੍ਰੈਫਿਕ ਕੰਟਰੋਲ ਸਿਸਟਮ ਜਾਂ ਮੈਡੀਕਲ ਸਿਸਟਮ ਦੇ ਵਿੱਚ ਇੱਕ ਸਿਸਟਮ ਯੂਜ਼ ਕੀਤੇ ਜਾਂਦੇ ਨੇ। ਰੀਅਲ ਟਾਈਮ ਆਪਰੇਟਿੰਗ ਸਿਸਟਮ ਨੂੰ ਡਾਟਾ ਆਪਰੇਟਿੰਗ ਸਿਸਟਮ ਵੀ ਕਿਹਾ ਜਾਂਦਾ ਹੈ, ਜਿਸ ਵਿੱਚ ਇਨਪੁਟ ਦੀ ਪ੍ਰਕਿਰਿਆ ਅਤੇ ਅਪਡੇਟਡ ਸੂਚਨਾ ਨੂੰ ਡਿਸਪਲੇ ਕਰਨ ਵਿੱਚ ਜੋ ਸਮਾਂ ਲੱਗਦਾ ਹੈ ਉਹ ਬਹੁਤ ਘੱਟ ਹੁੰਦਾ ਹੈ। ਜਿਵੇਂ ਹੀ ਅਸੀਂ ਇਨਪੁਟ ਦਿੱਤੀ ਉਸੇ ਟਾਈਮ ਹੀ ਉਹ ਪ੍ਰੋਗਰਾਮ ਨੇ ਜਾਂ ਉਸ ਪ੍ਰੋਸੈਸ ਨੇ ਐਗਜ਼ੀਕਿਊਟ ਹੋਣਾ ਹੀ ਹੋਣਾ ਹੈ। ਜੇਕਰ ਨਹੀਂ ਐਗਜ਼ੀਕਿਊਟ ਹੁੰਦੀ ਤਾਂ ਸਾਰਾ ਦਾ ਸਾਰਾ ਸਿਸਟਮ ਜਾਂ ਉਹ ਫੇਲ ਹੋ ਜਾਂਦਾ ਹੈ, ਸਾਰਾ ਸਿਸਟਮ ਜਿਹੜਾ ਹੈ ਉਹ ਕ੍ਰੈਸ਼ ਹੋ ਜਾਂਦਾ ਹੈ। ਅਤੇ ਇਸ ਨੂੰ ਰਿਸਪੌਂਸ ਟਾਈਮ ਕਿਹਾ ਜਾਂਦਾ ਹੈ। ਰਿਸਪੌਂਸ ਟਾਈਮ ਕੀ ਹੈ? ਜੋ ਅਸੀਂ ਇਨਪੁਟ ਦਿੱਤੀ ਤੇ ਜੋ ਆਉਟਪੁੱਟ ਆਪਣੇ ਕੋਲ ਆਈ, ਇਨਪੁਟ ਦੇਣ ਤੇ ਆਉਟਪੁੱਟ ਲੈਣ ਦੇ ਵਿੱਚ ਜੋ ਟਾਈਮ ਲੱਗਿਆ ਉਸ ਨੂੰ ਕੀ ਕਿਹਾ ਜਾਂਦਾ ਹੈ? ਰਿਸਪੌਂਸ ਟਾਈਮ। ਇਹ ਬਹੁਤ ਘੱਟ ਹੁੰਦਾ ਹੈ। ਇਸ ਸਿਸਟਮ ਦੀ ਵਰਤੋਂ ਉਸ ਸਮੇਂ ਹੁੰਦੀ ਹੈ ਜਦ ਡਾਟਾ ਦੇ ਫਲੋ ਜਾਂ ਪ੍ਰੋਸੈਸ ਦੇ ਆਪਰੇਸ਼ਨ ਵਿੱਚ ਲੱਗਣ ਵਾਲਾ ਸਮਾਂ ਨਾ ਬਦਲਣ ਯੋਗ ਹੋਵੇ। ਸਪੋਜ਼ ਅਸੀਂ 1 ਸੈਕਿੰਡ ਦੇ ਵਿੱਚ ਜਾਂ 1 ਨੈਨੋ ਸੈਕਿੰਡ ਦੇ ਵਿੱਚ ਇੱਕ ਪ੍ਰੋਸੈਸ ਨੂੰ ਐਗਜ਼ੀਕਿਊਟ ਕਰਵਾਉਣਾ ਹੈ ਤਾਂ ਉਹ ਟਾਈਮ ਜਿਹੜਾ ਉਹ ਚੇਂਜ ਨਹੀਂ ਹੋ ਸਕਦਾ। ਉਹ 1 ਸੈਕਿੰਡ ਦੀ ਜਗ੍ਹਾ 1.5 ਜਾਂ 2 ਸੈਕਿੰਡ ਨਹੀਂ ਹੋ ਸਕਦੇ। ਇਹ ਰੀਅਲ ਟਾਈਮ ਆਪਰੇਟਿੰਗ ਸਿਸਟਮ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਸੈਸਿਸ ਜਿਹੜੀਆਂ ਹੁੰਦੀਆਂ ਨੇ ਉਹ ਐਗਜ਼ੀਕਿਊਟ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਕੋਈ ਟਾਈਮ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ। ਉਦਾਹਰਨ ਦੇ ਤੌਰ ਤੇ ਵੈਪਨ ਸਿਸਟਮ, ਸਪੋਜ਼ ਕੋਈ ਮਿਜ਼ਾਈਲ ਹੈ ਉਹਨੂੰ ਲਾਂਚ ਕਰਨਾ ਹੈ ਤਾਂ ਉਹਦੇ ਵਿੱਚ ਜਿਹੜਾ ਹੈ ਟਾਈਮ ਹੈ ਉਹ ਚੇਂਜ ਨਹੀਂ ਕੀਤਾ ਜਾ ਸਕਦਾ। ਜੇ ਟਾਈਮ ਚੇਂਜ ਕਰ ਦੋ ਤਾਂ ਸਾਰੀ ਉਹਦੀ ਲੋਕੇਸ਼ਨ ਜਾਂ ਸਭ ਕੁਝ ਹੀ ਹੈ ਉਹ ਵਿਗੜ ਜਾਏਗਾ, ਸਭ ਕੁਝ ਸਿਸਟਮ ਜਿਹੜਾ ਉਹ ਕ੍ਰੈਸ਼ ਹੋ ਜਾਏਗਾ। 에ਅਰ ਟ੍ਰੈਫਿਕ ਕੰਟਰੋਲ ਸਿਸਟਮ, ਅਸੀਂ ਹਵਾਈ ਜਹਾਜ਼ਾਂ ਨੂੰ ਦੇਖਦੇ ਹਾਂ, ਹਵਾਈ ਜਹਾਜ਼ ਜਿਹੜੇ ਐਗਜ਼ੀਕਿਊਟ ਹੋ ਰਹੇ ਨੇ ਜਾਂ ਹਵਾਈ ਜਹਾਜ਼ ਜਿਹੜੇ ਉੜ ਰਹੇ ਨੇ ਉਹ ਇਸੇ ਆਪਰੇਟਿੰਗ ਸਿਸਟਮ ਦੇ ਬੇਸ ਤੇ ਕੰਮ ਕਰਦੇ ਨੇ। ਨਹੀਂ ਤਾਂ ਉਹਨਾਂ ਦੀ ਟਾਈਮਿੰਗ ਮਿਸਮੈਚ ਹੋਣ ਕਰਕੇ ਕੁਝ ਵੀ ਜਿਹੜੀਆਂ ਹੈ ਉਹ ਮਿਸ ਹੈਪਨਿੰਗਸ ਜਿਹੜੀਆਂ ਉਹ ਹੋ ਸਕਦੀਆਂ ਨੇ। ਰੋਬੋਟਸ ਇਹਦੇ ਬੇਸ ਕੰਮ ਕਰਦੇ ਨੇ। ਮੈਡੀਕਲ ਸਿਸਟਮ, ਜਿਹੜੀਆਂ ਮੈਡੀਕਲ ਰਿਪੋਰਟਸ ਵਗੈਰਾ ਨੇ ਉਹ ਸਾਰੀਆਂ ਰੀਅਲ ਟਾਈਮ ਆਪਰੇਟਿੰਗ ਸਿਸਟਮ ਯੂਜ਼ ਕਰਦੇ ਨੇ। ਵਿਗਿਆਨਿਕ ਤਜਰਬੇ ਆਦਿ ਜਾਂ ਜਿਹੜੇ ਸਾਇੰਟੀਫਿਕ ਐਕਸਪੈਰੀਮੈਂਟਸ ਨੇ ਉਹ ਸਾਰੇ ਇਸ ਸਿਸਟਮ ਦੇ ਅਧੀਨ ਜਿਹੜੇ ਉਹ ਹੋ ਰਹੇ ਨੇ। ਆਪਾਂ ਇਹਦੀ ਇਮੇਜ ਨੂੰ ਵੀ ਅੱਗੇ ਦੇਖਦੇ ਹਾਂ। ਸਟਰਕਚਰ RTOS ਦਾ ਰੀਅਲ ਟਾਈਮ ਆਪਰੇਟਿੰਗ ਸਿਸਟਮ ਦਾ ਐਪਲੀਕੇਸ਼ਨਸ ਨੇ। ਦੂਸਰੀ ਸਾਈਡ ਕੀ ਕਸਟਮ ਹਾਰਡਵੇਅਰ ਹੈ। ਹਾਰਡਵੇਅਰ ਇਹ RTOS ਰੀਅਲ ਟਾਈਮ ਆਪਰੇਟਿੰਗ ਸਿਸਟਮ ਦੇ ਕਰਨਲ ਦੇ ਨਾਲ ਇਹਨੂੰ ਡੀਲ ਕਰਦਾ ਹੈ। ਇਹ ਵੀ ਇੱਕ ਆਪਰੇਟਿੰਗ ਸਿਸਟਮ ਹੈ, ਸੈਂਟਰ 'ਚ ਬਣਿਆ ਐਪਲੀਕੇਸ਼ਨ ਤੇ ਹਾਰਡਵੇਅਰ ਯੂਜ਼ ਕਰ ਰਹੇ ਨੇ। ਬਟ ਇਹਦੇ ਵਿੱਚ ਜਿਹੜਾ ਟਾਈਮ ਹੈ, ਟਾਈਮ ਇਜ਼ ਦਾ ਮੇਜਰ ਕੰਸਟ੍ਰੇਂਟ। ਟਾਈਮ ਇਹਦੇ ਵਿੱਚ ਜਿਹੜਾ ਹੈ ਉਹ ਮੇਜਰ ਪਾਰਟ ਹੈ ਆਪਰੇਟਿੰਗ ਸਿਸਟਮ ਦੇ ਵਿੱਚ। ਕਿਸੇ ਵੀ ਤਰ੍ਹਾਂ ਦੀ ਜਿਹੜੀ ਦੇਰੀ ਹੈ ਉਹਦੇ ਵਿੱਚ ਨਹੀਂ ਹੋ ਸਕਦੀ। ਪਿਆਰੇ ਵਿਦਿਆਰਥੀਓ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਪਾਠ ਬਹੁਤ ਇੰਪੋਰਟੈਂਟ ਹੈ 10ਵੀਂ ਕਲਾਸ ਦੇ ਲਈ ਅਤੇ ਆਉਣ ਵਾਲੇ ਤੁਹਾਡੇ ਟਾਈਮ ਦੇ ਲਈ। ਜੇਕਰ ਤੁਸੀਂ ਕੰਪਿਊਟਰ ਵਿਸ਼ੇ ਨੂੰ ਅੱਗੇ ਵੀ ਤੁਸੀਂ ਕੰਟੀਨਿਊ ਕਰਦੇ ਹੋ
ਤਾਂ ਇਹ ਸਾਰੀ ਜ਼ਿੰਦਗੀ ਜਿਹੜਾ ਹੈ ਇਹ ਪਾਠ ਜਿਹੜਾ ਹੈ ਤੁਹਾਡੇ ਲਈ ਲਾਭਦਾਇਕ ਰਹੇਗਾ। ਬੜੇ ਧਿਆਨ ਦੇ ਨਾਲ ਇਸ ਪਾਠ ਨੂੰ ਪੜ੍ਹਨਾ ਹੈ। ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੈ ਜਾਂ ਕੋਈ ਪ੍ਰੋਬਲਮ ਹੈ, ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪਾਂ ਇੱਕ ਵਾਰ ਫਿਰ ਮਿਲਾਂਗੇ ਇਸ ਪਾਠ ਦਾ ਦੂਜਾ ਭਾਗ ਲੈ ਕੇ। ਧੰਨਵਾਦ।